ਨਾ ਸ਼੍ਰੀ ਵਾਹਿਗੁਰੂ। ਧੰਨ ਵਾਹਿਗੁਰੂ ਸਾਹਿਬ ਜੀਓ। ਮੈਂ ਮੂਰਖ ਕੀ केतक बात है, कोट पराती तरिया रे। गुर नानक जिन सुनिया पेखिया, से फिर घर पास न परया रे। जो उपजो सो बिनस है, परो आज के काल। नानक हर गुण गाए ले, छाड़ सगल जंजाल। तिलक जंजू राखा प्रभ तांका, किनो बड़ो कलू में साका। साधन हेत इति जिन करी, शीस दिया पर सीना उचरी। धर्म हेत साका जिन किया, शीस दिया पर सिरड़ न दिया। ठीकर फोर दिलीस सिर, प्रभ पुर किया प्यान। तेग बहादुर सी किरिया, करे न किन्हु आन। तेग बहादुर के चलत, पयो जगत को शोक। है सब जग पयो, जय 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 सुरलोक। है सब जग पयो, जय 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 सुरलोक। परम सन्मानयोग जुगो जुग अटल चवर छतर तखत दे मालक, वालिए कुल आलम, खत्री ब्राह्मण सूद वैश्य उपदेश चौवर्णा को साझा, समुची मानवता नूं साझा उपदेश करन वाले दीन दयाल पातशाह
ਜਗਦੀ ਜੋਤ ਭੂਲੀ ਮਲ ਨਹੀਂ ਹੈ, ਇਹੋ ਸਤਿਗੁਰ ਜਾਗਤਾ ਹੈ ਦਿਓ। ਨਿਤ ਨਵਾਂ ਹੁਕਮ ਕਰਨ ਵਾਲੇ ਸਾਹਿਬ ਮੇਰਾ, ਨੀਤ ਨਵਾਂ ਸਦਾ ਸਦਾ ਦਾਤਾਰ। ਐਸੇ ਦੀਨ ਦਇਆਲ ਪਾਤਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਬੈਠੇ ਸਤ ਸੰਗੀ ਜਨੋ, ਸੰਧਿਆ ਦੇ ਦੀਵਾਨਾਂ ਵਿੱਚ ਆਪ ਹਾਜ਼ਰੀਆਂ ਭਰ ਰਹੇ ਹੋ। ਆਓ ਜਿਸ ਮਹਾਂਪੁਰਸ਼ ਦੇ ਸ਼ਹਾਦਤ ਬਾਰੇ ਆਪਾਂ ਅੱਜ ਵਿਚਾਰ ਕਰਨੀ ਹੈ, ਉਹਨਾਂ ਦੇ ਇਸ ਪਾਵਨ ਪਵਿੱਤਰ ਸ਼ਹਾਦਤ ਨੂੰ ਵਾਚਣ ਤੋਂ ਪਹਿਲਾਂ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਵੱਲੋਂ ਬਖਸ਼ੀ ਫਤਿਹ ਸਾਂਝੀ ਕਰੀਏ। ਜੋ ਸਾਡੀ ਮਰਿਆਦਾ ਹੈ, ਜੋ ਰਹਿਤਨਾਮਿਆਂ ਦਾ ਹੁਕਮ ਹੈ, ਆਗੇ ਆਵਤ ਸਿੰਘ ਜੋ ਪਾਵੈ, ਵਾਹਿਗੁਰੂ ਕੀ ਫਤਿਹ ਬੁਲਾਵੈ। ਜਿਤਨੇ ਵੀ ਸਰੀਰ ਜੁੜ ਮਿਲ ਕੇ ਬੈਠੇ ਹੋ, ਆਓ ਰਸਨਾ ਕਰੀਏ ਪਵਿੱਤਰ। ਗੱਜ ਕੇ ਸਾਰੀ ਸੰਗਤ ਸਤਿਗੁਰਾਂ ਨੂੰ ਸੀਸ ਝੁਕਾ ਕੇ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਰੰਭ ਵਿੱਚ ਮੈਂ ਬੇਨਤੀ ਕਰਦੇ ਹਾਂ ਕਿ ਜਿਸ ਮਹਾਂਪੁਰਸ਼ ਦੀ ਆਪਾਂ ਸ਼ਹਾਦਤ ਨੂੰ ਵਾਚਣਾ ਹੈ, ਸ਼ਹੀਦ ਬਹੁਤ ਹੋਏ ਨੇ, ਪਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਵਰਗਾ ਕੋਈ ਸ਼ਹੀਦ ਨਹੀਂ ਹੈ। ਸ਼ਹਾਦਤ ਵਿਚਾਰੀ ਜਾਂ ਸੁਣੀ ਤਾਂ ਹੀ ਸਫਲ ਹੀ ਹੈ ਜੇ ਆਪਾਂ ਸਾਹਿਬਾਂ ਦੇ ਜੀਵਨ ਵਿੱਚੋਂ ਕੁਝ ਕੁ ਰੱਤੀ ਮਾਤਰ ਆਪਣੇ ਹਿਰਦੇ ਵਿੱਚ ਵਸਾਉਣ ਦਾ ਯਤਨ ਕਰੀਏ। ਕਿਤੇ ਕਿਨਕਾ ਕੁ ਉਪਦੇਸ਼, ਕੋਈ ਸਿੱਖਿਆ, ਕੋਈ ਸਿਧਾਂਤ ਸਾਡੇ ਹਿਰਦੇ ਵਿੱਚ ਵੀ ਵਸ ਜਾਵੇ, ਤਾਂ ਜੋ ਸਾਡਾ ਇੱਥੇ ਬੈਠਿਆ ਸਫਲਾ ਹੋ ਜਾਵੇ। ਆਓ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸਾਕੇ ਨੂੰ ਵਾਚੀਏ। ਸਾਕਾ ਸ਼ਬਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵਰਤਿਆ ਹੈ। ਆਪਾਂ ਇੱਕ ਸ਼ਬਦ ਸਾਕਾ ਨਨਕਾਣਾ ਸਾਹਿਬ ਦਾ ਵੀ ਵਰਤਦੇ ਹਾਂ। ਸਾਕੇ ਦਾ ਅਰਥ ਵੀ ਘੱਲੂਘਾਰਾ ਹੈ, ਔਰ ਜਿਹੜਾ ਘੱਲੂਘਾਰਾ, ਜਿਹੜਾ ਨਾਸ਼, ਜਿਹੜਾ ਸਾਕਾ ਚਾਂਦਨੀ ਚੌਂਕ ਵਿੱਚ ਵਾਪਰਿਆ ਹੈ, ਆਓ ਜਿਤਨੇ ਕਿ ਸਤਿਗੁਰਾਂ ਨੇ ਸੁਮਤ ਬਖਸ਼ਿਸ਼ ਕੀਤੀ ਹੈ, ਉਹਨਾਂ ਦੀ ਦਿੱਤੀ ਸੁਮਤ ਸਦਕਾ ਆਪਾਂ ਉਹਨਾਂ ਦੀ ਪਾਵਨ ਸ਼ਹਾਦਤ ਨੂੰ ਵਾਚਣ ਦਾ ਯਤਨ ਕਰੀਏ। ਮੈਂ ਕਿਸੇ ਪਾਸੇ ਨਹੀਂ ਜਾਣਾ, ਕੇਵਲ ਤੇ ਕੇਵਲ ਸ਼ਹਾਦਤ ਤੇ ਹੀ ਕੇਂਦਰਿਤ ਰਹਿਣਾ ਹੈ, ਕਿਉਂਕਿ ਜਿਸ ਦੇ ਜੀਵਨ ਨੂੰ ਆਪਾਂ ਵਾਚਣਾ ਹੁੰਦਾ ਹੈ, ਉਸ ਮਹਾਂਪੁਰਸ਼ ਦੇ ਜੀਵਨ ਦੇ ਵਿੱਚ ਜਿਹੜੀ ਵੀ ਕੋਈ ਬਹੁਤ ਪ੍ਰਸਿੱਧ ਘਟਨਾ ਹੋਵੇ, ਉਸੇ ਨੂੰ ਵਿਚਾਰਿਆ ਜਾਂਦਾ ਹੈ। ਜਿਵੇਂ ਭਾਈ ਤਾਰੂ ਸਿੰਘ ਦੇ ਜੀਵਨ ਵਿੱਚੋਂ ਆਪਾਂ ਦੇਖਦੇ ਹਾਂ, ਤੇ ਬਹੁਤਾ ਜਨਮ ਦਾ ਨਹੀਂ ਪਤਾ, ਪਰ ਇਹ ਸਾਨੂੰ ਪਤਾ ਹੈ ਕਿ ਖੋਪੜੀ ਲੁਹਾਈ ਗਈ ਹੈ, ਔਰ ਉਹਨਾਂ ਦਾ ਵੀ ਆਪਾਂ ਸ਼ਹਾਦਤ ਦਿਹਾੜਾ ਮਨਾਉਂਦੇ। ਇਸੇ ਤਰ੍ਹਾਂ ਭਾਈ ਮਨੀ ਸਿੰਘ ਦਾ, ਜਿਹੜਾ ਕੋਈ ਉਹਨਾਂ ਦੇ ਜੀਵਨ ਵਿੱਚੋਂ ਪ੍ਰਸਿੱਧ ਹੋਵੇ, ਆਪਾਂ ਉਹਦੀ ਵਿਚਾਰ ਕਰਦੇ ਹਾਂ। ਅੱਜ ਤੇ ਪਾਵਨ ਦੇਣੀ ਸ਼ਹਾਦਤ ਦਾ ਹੈ, 9ਵੀਂ ਜੋਤ ਗੁਰੂ ਨਾਨਕ ਦੀ ਦਾ। ਇਸ ਕਰਕੇ ਜਨਮ ਦੀ ਕੇਵਲ ਤੋਂ ਕੇਵਲ ਇੱਕੋ ਘਟਨਾ ਮੈਂ ਅਰਜ਼ ਕਰਕੇ ਆਪਾਂ ਕੇਵਲ ਤੇ ਕੇਵਲ ਸ਼ਹਾਦਤ ਨੂੰ ਵਾਚਣਾ ਹੈ। ਸ਼ਹਾਦਤ ਦੇ ਕਾਰਨ ਔਰ ਕਿਵੇਂ ਫਰਿਆਦੀ ਕਸ਼ਮੀਰ ਦੇ ਪੰਡਤ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਹੁੰਦੇ ਨੇ, ਔਰ ਅਨੰਦਪੁਰ ਸਾਹਿਬ ਹੀ ਕਿਉਂ ਆਉਂਦੇ ਨੇ, ਇਹਨਾਂ ਸਾਰੀਆਂ ਗੱਲਾਂ ਨੂੰ ਵਿਚਾਰਨਾ ਹੈ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ, ਤੇ ਆਪ ਸਭ ਨੂੰ ਪਤਾ ਹੈ ਕਿ ਸਾਹਿਬਾਂ ਦੀ ਬਾਣੀ ਵੈਰਾਗਮਈ ਹੈ। ਇੱਥੇ ਇੱਕ ਵੈਰਾਗ ਤੇ ਇੱਕ ਤਿਆਗ ਹੈ, ਵੈਰਾਗ ਤੇ ਤਿਆਗ। ਜਿਹੜਾ ਤਿਆਗ ਹੈ, ਮਾਨੋ ਆਪਾਂ ਘਰ-ਬਾਰ ਛੱਡ ਦਿੱਤਾ, ਉਹਨੂੰ ਕਹਿ ਦਈਦਾ ਹੈ ਜੀ ਤਿਆਗ ਕਰ ਦਿੱਤਾ। ਇੱਕ ਹੈ ਵੈਰਾਗ, ਜੋ ਕੁਦਰਤ ਵੱਲੋਂ ਅੰਦਰ ਪੈਦਾ ਹੋਣਾ,
जो गुरु तेग बहादुर साहब महाराज जी दे अंदर मुੱਢ ਤੋਂ ही सी। एक इत्थे मैं अर्ज करदियां आप जी दे ज्ञात लई, बैराग तो त्याग पैदा हो सकता है पर त्याग तो बैराग पैदा नहीं हुंदा। शब्दां नूं समझना, त्याग बैराग नहीं पैदा कर सकता। किसी ने घर छड्ड दिता, महल माड़ियां नूं छड्ड दिता, जंगल में चलिया गया, ਉਹਦੇ अंदर बैराग पैदा नहीं हो सकता। ठीक है, संसारक तौर पर घर बार त्यागिया है, पर मन ਉਹਦਾ अजे भी घर ਵਿੱਚ ही ਹੋਵੇਗਾ, परिवार ਵਿੱਚ ਹੋਵੇਗਾ, धन संपदा ਦੇ ਵਿੱਚ ਹੋਵੇਗਾ। त्याग नाल बैराग जन्म नहीं लेंदा। पर जिस दे अंदर बैराग पैदा हो जावे, त्याग अपने आप आ जाता है। त्याग फिर सदन की लोड़ नहीं पैंदी, बंदा घर रहिंदियां भी त्यागी हो सकता है। तो गुरु तेग बहादुर साहिब महाराज जी बैराग ने, बैराग की मूर्ति ने, ते त्याग करन लगियां एक छिन नहीं लाउंदे। इन्ना त्याग सी उन्हां दे अंदर जिन्हां ने सीस ही ला दिता। और बचपन के घटना आपां पढ़ते हैं साहिबां दे जीवन की, कितना क त्याग सी उन्हां अंदर, पर वो बैराग करके, क्योंकि बैरागी सी, अंदर सारे दा सारा बैराग नाल भरिया होया सी। ते बचपन की घटना पढ़ते हैं जदों इन्हां दे वड्डे भराता, सब तो गुरु हरगोबिंद साहिब महाराज जी दे वड्डे सपुत्र ते गुरु तेग बहादुर साहिब महाराज जी दे वड्डे भरा दा विवाह कारज सी, आनंद कारज सी। ते जदों जंज बरात तुरन लगी ना, ते माता जी ने बड़े सुंदर वस्त्र पहनाए सी इन्हां नूं, बड़े कीमती कपड़े। क्योंकि वैसे भी विआहां शादियां ते आपां कपड़े देखते हैं किवें दे पहनी दे ने। ये तो फिर दीन दुनिया के मालक साहिब श्री गुरु हरगोबिंद साहिब महाराज जी दे सपुत्र सी, और इन्हां दे वड्डे भरा दा विवाह सी। माता जी ने बड़े सुंदर वस्त्र पहनाए ने। बरात तुरन लगी तो हानियां नाल खेडदे खेडदे ये बाहर चले गए। तो जिस वेले बाहर गए तो बाहर की देखते ने, बरात चढ़ रही है तो कोई छोटा जिहा बच्चा इन्हां दा ही हानी जो नगन खड़ा है। वेख के हैरान होए तो पुछया, तू वस्त्र क्यों नहीं पहने, कपड़े क्यों नहीं पहने? उन्हें जवाब दिता, मेरे कोल वस्त्र नहीं है। ते बालक अवस्था दे विच नौवीं जोत ने सोचिया, इहदे कोल वस्त्र नहीं, इतना गरीब है। महाराज ने कुछ नहीं विचारिया, सोचिया अपने जेड़े विवाह जान लई जेड़े वस्त्र पहने सी, हजूर ने वस्त्र वो कीमती उतार के उन्होंने दे दिते। कहंदे तू आ वस्त्र मेरे पहन लै। हुण बचपन की अवस्था है, उन्हें ये जेड़े सी ये पहन ले वस्त्र इहदे कोल लैके। ये जदों वापस आए तो माता जी देख के बड़े गुस्से होए कि उतों जंज तुर रही है, बरात चाले पा दिते ने, तो तुसी वस्त्र कित्थे दे आए हो? तो माता जी ने गुस्से विच गुरु हरगोबिंद साहिब महाराज जी नूं कहा, पातशाह जीओ आ अपने लाडले दे कम देख लो, उतों तैयारियां ने ते वस्त्र पता नहीं कित्थे सुट आए ने। महाराज ने माता जी ने पुछया, पुत्र वस्त्र कित्थे ने? ते महाराज ने कहा, बाहर जिस हानियां दे नाल मैं खेडदा सी, उत्थे नगन एक बच्चा खड़ा सी, और काफ़ी वो वस्त्रां लई उतावला सी ते बरात देखनी चाहुंदा सी। नगन होण करके अगे नहीं सी आ सकदा, शर्मा रहा सी। ते मैं सोचिया मैनू ते होर कीमती वस्त्र मिल जाणगे, मैं अपने वस्त्र उतार के उस नगन पुणे दा पर्दा कज आया, और मैं आप इत्थे हाज़र हो गया, मैनू तो हुणे वस्त्र मिल जाने। गुरु हरगोबिंद साहिब महाराज जी हस पे ते माता जी नूं कहा, इन्हां नूं नवें वस्त्र पहनाओ, क्योंकि पातशाह नूं गुरु तेग बहादुर साहिब महाराज जी नूं बालक अवस्था विच ही पता सी कि मैनू तो वस्त्र होर मिल जाणगे, पर इनू विचारे नूं किन्ने देने ने। ये ध्यान देना, बचपन दे विच बेशक छोटी जी घटना है कि वस्त्र उतार के दे देने, पर गुरु हरगोबिंद साहिब महाराज जी ने आउण वाले समय नूं भांप लिया सी, विचार लिया सी कि जिहड़ा अज लोड़ पैण ते किसे दे पड़दे शरीर दे कज सकदा है, ते वक्त आउण ते किसे धर्म नूं खतरा बनिया ते अपना सीस दे के भी उन्हां दी पत बचावेगा।
ਇਹ ਇੱਕ ਉਦਾਹਰਨ है गुरु साहिब के जीवन की कि बचपन विचों ही बैराग पातशाह जी के जीवन विच, नहीं तो इवें दा कोई कर्म नहीं हुंदा। बैराग अंदर पैदा होना बहुत कठिन गल है, पैदा नहीं हुंदा। इहदे लई सिद्धां जोगियां ने अपना घर बार त्याग के बैठ गए सी बाहर, पर बैराग पैदा नहीं होया। पढ़िए गुरु तेग बहादुर साहिब महाराज जी की बाणी नूं, बैरागमई सारी बाणी है। जदों बचन आपां पढ़दे हां, जो नर दुख मैं दुख नहीं मानै, सुख स्नेह अर भै नहीं जाकै, कंचन माटी मानै। हुण इत्थे जिहड़ा दुख ते सुख है इनू पातशाह जी मनदे ही नहीं। सोने नूं ते मिट्टी नूं बराबर करके मनदे ने। ये बैराग नहीं ते होर की है। इत्थे पातशाह ने सरीरक तौर ते नहीं घर बार छड्ड दित्ता कि चले जाइए जंगलां दे विच। ये घर रहिंदिआं ही बैरागी ने। घर रहिंदिआं होइआं ही कुटुंब तो सुरत उच्ची है। लोड़ पैण ते कपड़े दिते ने ते ध्यान देना, लोड़ पैण ते सीस भी देना है। ये आउण वाले समय लई तैयारी है। उस तो बाद बचपन दे विच ही 13 क साल की आजू विच गुरु तेग बहादुर साहिब महाराज जी एक जंग भी करते हैं। उस जंग दे विच पातशाह जी की मैं एक घटना आप जी के सामने शायद अगे भी कई बार अर्ज की है कि जदों पातशाह जी चौथी जंग दे विच लड़ रहे ने ते माता जी ने कहा सी नवा नवा आनंद कारज होया है गुरु तेग बहादुर साहिब महाराज जी दा, इन्हां नूं मैदाने जंग विचों वापस भेज दिओ। ते जदों पातशाह नूं जाके ये सुनेहा मिलिया ते साहिब श्री गुरु तेग बहादुर साहिब महाराज जी ने कहा सी कि कदी भी सूरमा जंग दे मैदान विचों इवें बाहर नहीं आउंदा जिवें तुसीं सददे हो कि वापस आ जावे। ध्यान देना, गुरु तेग बहादुर साहिब महाराज जी ने कहा सी सूरमा उही है जिहड़ा जंग दे मैदान विचों जां ते मैदान नूं फतेह करके जित करके बाहर आवे, जां फिर सूरमे दी लोथ लाश इस मैदानी जंग विचों बाहर आवे। जिउंदा इस तरह सूरमा बाहर नहीं हुंदा। ते गुरु हरगोबिंद साहिब महाराज अपने लाडले दे ये बचन सुन के भी बड़े खुश हुंदे ने। कितनी क सुरत 13-14 साल की उम्र विच गुरु तेग बहादुर साहिब महाराज जी की उच्ची है कि जिहड़े ये गल कह रहे ने कि सूरमा इवें जंग विचों बाहर नहीं आउंदा, जां ते जित के ते जां फिर उहदी लाश बाहर आउंदी है। एक बहुत वड्डी अवस्था है। उस तो बाद गुरु तेग बहादुर साहिब महाराज जी ये जिहड़ी जोत वरतदी है गुरु हरगोबिंद साहिब महाराज जी तो गुरु हरराय साहिब महाराज जी दे विच, फिर गुरु हरराय साहिब महाराज जी दे दिंदे ने जोत ये गुरु हरकृष्ण साहिब महाराज जी दे अंदर। और जदों गुरु हरकृष्ण साहिब महाराज जी बाबा जो दिल्ली की धरती ते ज्योति जोत समाउंदे ने ते पहला एक बचन करते ने बाबा बकाले। उस तो बाद ये पिंड का नाम बाबा बकाला प्रचलित हो गया, पर पहला शब्द कला बकाला सी। उदों फिर जोत ये आपां देखते हैं कि 9वीं जोत विच आके टिकदी है। पहला गद्दी पोतरे नूं, बाद विच दादे नूं गद्दी मिलती है। और गुरु तेग बहादुर साहिब महाराज जी नूं प्रगट करदा है मखन शाह लुबाना, क्योंकि गुरु मौजूद है, अज भी मौजूद है गुरु, पर शब्द के द्वारा प्रगट करना पैंदा है। जिवें पानी तो है धरती दे विच, पर पानी कड्ढण लई कोई मेहनत कोई खेचल करनी पैंदी है, कुछ विधि अपनाउणी पैंदी है। गुरु नूं प्रगट करन दे लई शब्द नूं खोजना पैंदा है। इत्थे बाबे बकाले दी धरती ते जे गुरु, क्योंकि 22 मंजियां थाप के बैठ गए सी, ते उन्हां दे विचों असली गुरु नूं लभे आए मखन शाह लुबाने ने, और खोज के लभे आए। और उस तो बाद गुरु साहिब जी नूं प्रगट किया जाता है, गद्दी दा तिलक लगाया जाता है, 9वीं जोत दे मालक बनते हैं। संखेप जी मैं अर्ज करा, क्योंकि मैं पहले ही अर्ज कर दिता, आपां शहीदी नूं विस्तार सहित वाचांगे। उस तो बाद गुरु तेग बहादुर साहिब महाराज जी कीरतपुर साहिब के स्थान पर चले जाते हैं। इतिहासकार कहते ने पातशाह जी प्रचारक दौरियां दा करदे करदे दौरा अमृतसर के स्थान पर भी पहुँचते हैं, पर इत्थे ਪ੍ਰਿਥੀ ਚੰਦ ਦੀ औलाद ਜਿਹੜੀ ਸੋਢੀ ਹਰ ਜੀ ਦੇ ਹੋਰ ਕਰਿੰਦੇ ਸੀ, क्योंकि ਪ੍ਰਿਥੀ चंद की औलाद मेहरबान
ਮਿਹਰਬਾਨ ਦਾ ਪੁੱਤਰ ਸੋਢੀ ਹਰ ਜੀ। ਤੇ ਹਰ ਜੀ ਦੇ ਜਿਹੜੇ ਕਰਿੰਦੇ ਸੀ ਇਹ ਨਹੀਂ ਸੀ ਚਾਹੁੰਦੇ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਅੰਦਰ ਪ੍ਰਵੇਸ਼ ਕਰਨ, ਕਿਉਂਕਿ ਇਹਨਾਂ ਨੂੰ ਆਪਣਾ ਡਰ ਪੈ ਗਿਆ ਸੀ। ਕਿਤੇ ਸਾਹਿਬ ਇਹ ਨਾ ਕਹਿਣ ਕਿ ਲਿਆਓ ਜਿਹੜਾ ਇਤਨੇ ਸਾਲਾਂ ਦਾ ਧਾਨ ਸੰਗਤ ਨੇ ਚੜਾਇਆ ਇਹ ਭੇਟਾਵਾਂ, ਉਹਦਾ ਹਿਸਾਬ ਦਿਓ ਸਾਨੂੰ। ਇਹ ਡਰ ਕਰਕੇ ਇਹਨਾਂ ਨੇ ਦਰਵਾਜ਼ੇ ਬੰਦ ਕਰ ਦਿੱਤੇ। ਸਾਹਿਬ ਇੱਥੋਂ ਹੀ ਵਾਪਸ ਮੁੜ ਜਾਂਦੇ ਨੇ, ਬਾਹਰੋਂ ਹੀ ਨਮਸਕਾਰ ਕਰਕੇ। ਅਵੱਲੇ ਤੋਂ ਹੁੰਦਿਆਂ ਹੋਇਆਂ ਪਾਤਸ਼ਾਹ ਜੀ ਫਿਰ ਕੀਰਤਪੁਰ ਸਾਹਿਬ ਪਹੁੰਚਦੇ ਨੇ। ਇੱਥੋਂ ਫਿਰ ਪਾਤਸ਼ਾਹ ਜੀ ਇੱਕ ਨਵਾਂ ਨਗਰ ਮਾਖੋਵਾਲ ਦੀ ਧਰਤੀ 'ਤੇ ਮੋਹੜੀ ਗੱਡ ਕੇ ਚੱਕ ਨਾਨਕੀ ਵਸਾਉਂਦੇ ਨੇ, ਜਿਹੜਾ ਅੱਜ ਕੱਲ੍ਹ ਸ਼੍ਰੀ ਅਨੰਦਪੁਰ ਸਾਹਿਬ ਸਥਾਨ ਹੈ। ਇੱਥੇ ਪਾਤਸ਼ਾਹ ਜੀ ਰਹਿੰਦੇ ਨੇ। ਦੂਸਰੇ ਪਾਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਅਜੇ ਜਦੋਂ ਇਹ ਪਾਤਸ਼ਾਹ ਜੀ ਪ੍ਰਚਾਰ ਕਰਦੇ ਕਰਦੇ ਪਟਨਾ ਸਾਹਿਬ ਸੀ, ਉੱਥੇ ਪਰਿਵਾਰ ਨੂੰ ਛੱਡ ਦਿੱਤਾ ਸੀ। ਔਰ ਇੱਥੋਂ ਪਾਤਸ਼ਾਹ ਜੀ ਬਾਅਦ ਵਿੱਚ ਸੁਨੇਹਾ ਭੇਜਦੇ ਨੇ ਕਿ ਹੁਣ ਪਰਿਵਾਰ ਵੀ ਸਾਡਾ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਆ ਜਾਵੇ। ਉੱਧਰ ਗੋਬਿੰਦ ਰਾਏ ਤੇ ਨਾਲ ਮਾਤਾ ਜੀ ਨਾਲ ਮਾਮਾ ਜੀ ਨੂੰ ਨਾਲ ਲੈ ਕੇ ਰਸਤੇ ਵਿੱਚ ਹੁੰਦਿਆਂ ਹੋਇਆਂ ਸੰਗਤ ਦੇ ਨਾਲ ਮੇਲ ਜੋਲ ਕਰਦੇ ਆ ਆਨੰਦਪੁਰ ਸਾਹਿਬ ਦੇ ਸਥਾਨ 'ਤੇ ਪਹੁੰਚਦੇ ਨੇ। ਇੱਥੇ ਫਿਰ ਪਾਤਸ਼ਾਹ ਜੀ ਇਹਨਾਂ ਦੀ ਦਿਖਿਆ ਦਾ ਔਰ ਇਹਨਾਂ ਦੀ ਵਿੱਦਿਆ ਦਾ ਖਾਸ ਪ੍ਰਬੰਧ ਕਰਦੇ ਨੇ, ਔਰ ਸ਼ਸਤਰ ਵਿੱਦਿਆ ਵੀ ਇਹਨਾਂ ਨੂੰ ਇੱਥੇ ਦਿੱਤੀ ਜਾਂਦੀ ਹੈ। ਆਨੰਦਪੁਰ ਸਾਹਿਬ ਰਹਿੰਦਿਆਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਬਹੁਤ ਪ੍ਰਚਾਰ ਕੀਤਾ ਹੈ। ਮੈਂ ਅਰਜ਼ ਕਰਦੇ ਆਪ ਜੀ ਦੇ ਗਿਆਤ ਲਈ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ 82,000 ਮੀਲ ਪੈਦਲ ਯਾਤਰਾ ਕੀਤੀ ਹੈ। ਔਰ ਉਸ ਤੋਂ ਬਾਅਦ ਜੇ ਵੱਧ ਕੀਤੀ ਹੈ ਯਾਤਰਾ ਤੇ ਉਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਕੀਤੀ ਹੈ ਅਸਾਮ, ਬੰਗਾਲ, ਕਲਕੱਤਾ, ਇਹਨਾਂ ਸਾਰਿਆਂ ਇਲਾਕਿਆਂ ਦੇ ਵਿੱਚ, ਪਟਨਾ, ਇਹਨਾਂ ਇਲਾਕਿਆਂ 'ਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਬਹੁਤ ਪ੍ਰਚਾਰ ਕੀਤਾ ਹੈ ਔਰ ਕਾਫੀ ਲੋਕਾਂ ਨੂੰ ਨਾਮ ਦੀ ਦਾਤ ਦੇ ਕਰਕੇ ਇੱਕ ਪਰਮਾਤਮਾ ਦੇ ਨਾਲ ਜੋੜਿਆ ਹੈ। ਔਰ ਇੱਥੋਂ ਆਪਾਂ ਦੂਸਰੇ ਪਾਸੇ ਚੱਲੀਏ। ਆਓ ਆਪਾਂ ਜਿਹੜਾ ਅੱਜ ਦਿਨ ਜਿਸ ਦਿਨ ਨੂੰ ਆਪਾਂ ਸਮਰਪਿਤ ਇਕੱਤਰ ਹੋਏ ਹਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਨੂੰ, ਆਓ ਹੁਣ ਥੋੜ੍ਹਾ ਜਿਹਾ ਉਹਦੇ ਵੱਲ ਝਾਤ ਮਾਰ ਲਈਏ ਜਿਤਨੀ ਕਿ ਸਤਿਗੁਰੂ ਜੀ ਨੇ ਸੁਮਤ ਬਖਸ਼ਿਸ਼ ਕੀਤੀ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਆਨੰਦਪੁਰ ਸਾਹਿਬ ਦੀ ਧਰਤੀ ਦੇ ਨੇ। ਇੱਥੇ ਸਤਿਗੁਰਾਂ ਦੇ ਦੀਵਾਨ ਲੱਗਦੇ ਨੇ ਔਰ ਨੇੜੇ ਨੇੜੇ ਦੇ ਸਥਾਨਾਂ 'ਤੇ ਪਾਤਸ਼ਾਹ ਜੀ ਪ੍ਰਚਾਰਕ ਦੌਰਿਆਂ 'ਤੇ ਜਾਂਦੇ ਨੇ। ਦੂਸਰੇ ਪਾਸੇ ਔਰੰਗਜ਼ੇਬ ਜਿਹੜਾ ਲਗਭਗ 1658 ਦੇ ਵਿੱਚ ਤਖਤ ਨਸ਼ੀਨੀ ਹੁੰਦਾ ਹੈ, ਤਖਤ 'ਤੇ ਬੈਠਦਾ ਹੈ। ਇਹਦੇ ਤਖਤ 'ਤੇ ਬੈਠਣ ਦਾ ਰਾਜ ਇਹ ਹੈ ਕਿ ਇਤਿਹਾਸਕਾਰਾਂ ਨੇ ਕਿਹਾ ਇਹ ਆਪਣੇ ਭਰਾਵਾਂ ਦੀ, ਪੁੱਤਰਾਂ ਦੀ ਤੇ ਸਾਰੇ ਪਰਿਵਾਰ ਦੇ ਜਿਤਨੇ ਵੀ ਇਹਦੇ ਜੀ ਸੀ ਉਹਨਾਂ ਦੀ ਮੌਤ ਕਰਕੇ ਉਹਨਾਂ ਦੇ ਸਿਰ 'ਤੇ ਤਖਤ ਲਾ ਕੇ ਬੈਠਾ ਹੈ। ਤਖਤ ਦੀ ਖਾਤਰ ਇਹਨੇ ਆਪਣੇ ਭਰਾਵਾਂ ਨੂੰ ਮਾਰ ਦਿੱਤਾ, ਕਿਸੇ ਨੂੰ ਸ਼ਰਾਬ ਪਿਆ ਕੇ ਪੌੜੀਆਂ ਤੋਂ, ਕੋਠੀਆਂ ਤੋਂ ਸੁੱਟ ਦਿੱਤਾ, ਕਿਸੇ ਨੂੰ ਕੁਝ ਤਰੀਕੇ ਦੇ ਨਾਲ। ਔਰ ਇੱਥੋਂ ਤੱਕ ਕਿ ਆਪਣੇ ਪਿਤਾ ਸ਼ਾਹਜਹਾਨ ਨੂੰ ਇਸੇ ਡਰ ਤੋਂ ਇਹਨੇ ਕੈਦ ਵਿੱਚ ਪਾ ਦਿੱਤਾ। ਆਪਣੀ ਭੈਣ ਜਿਹਨੇ ਇਹਦਾ ਰਾਜ ਹਥਿਆਉਣ ਦੇ ਲਈ, ਇਹਨੂੰ ਦਿਵਾਉਣ ਦੇ ਲਈ ਕਿ ਭਰਾਵਾਂ ਕੋ ਹਥਿਆਰ ਲਈਏ, ਖੋਹ ਲਈਏ, ਇਹਨੂੰ ਮਿਲ ਜਾਵੇ, ਔਰੰਗਜ਼ੇਬ ਨੂੰ ਰਾਜ ਦਿਵਾਉਣ ਵਿੱਚ ਜਿਸ ਨੇ ਮਦਦ ਕੀਤੀ ਇਹਨੇ ਉਹਨੂੰ ਵੀ ਕੈਦ ਵਿੱਚ ਪਾ ਦਿੱਤਾ, ਭੈਣ ਰੋਸ਼ਨ ਆਰਾ ਨੂੰ, ਪਿਤਾ ਦੇ ਨਾਲ ਹੀ। ਆਪਣੇ ਪੁੱਤਰਾਂ ਤੱਕ ਨੂੰ ਇਹਨੇ ਜਿਹੜਾ ਸੀ ਮਰਵਾ ਦਿੱਤਾ, ਭਰਾਵਾਂ ਨੂੰ ਮਰਵਾ ਦਿੱਤਾ। ਔਰ ਇੱਥੋਂ ਤੱਕ ਕਿ ਜਿਤਨੇ ਉਹਨਾਂ ਦੇ ਨਾਲ ਸੰਬੰਧਿਤ ਕਰਿੰਦੇ ਸੀ, ਜੈ ਮਿਰਜ਼ਾ ਸਿੰਘ, ਉਹਨੂੰ ਵੀ ਇਹਨੇ ਮਰਵਾ ਦਿੱਤਾ ਬੜੇ ਤਰੀਕੇ ਦੇ ਨਾਲ। ਆਪਣੀ ਬੇਟੀ ਜੇਬਲ ਨੁਸ਼ਾ ਜਿਹੜੀ ਬਹੁਤ ਵੱਡੀ ਕਵਿਤਾਕਾਰ ਹੋਈ ਹੈ, ਕਵਿਤਰੀ ਹੋਈ ਹੈ, ਉਹਨੂੰ ਵੀ ਇਹਨੇ ਹੌਲੀ ਹੌਲੀ ਹਲਕਾ ਹਲਕਾ ਜ਼ਹਿਰ ਦੇ ਕੇ ਮਰਵਾ ਦਿੱਤਾ। ਔਰੰਗਜ਼ੇਬ ਬੜਾ ਕਠਨ ਸੁਭਾਅ ਦਾ ਮਾਲਕ ਸੀ, ਇਹ ਦੁਚਿੱਤੀ ਦਾ ਮਾਲਕ ਸੀ। ਕਦੀ ਕਦੀ ਇਹ ਇਹੋ ਜਿਹਾ ਕਾਰਜ ਕਰ ਦਿੰਦਾ ਕਿ ਲੋਕਾਂ ਦੀ ਰੂਹ ਕੰਬ ਜਾਂਦੀ ਔਰ ਇਹ ਖੁਸ਼ ਹੁੰਦਾ। ਪੀਰ ਸਰਮਦ ਵਰਗੇ ਇਸ ਨੇ ਕਤਲ ਕਰਾਏ ਨੇ ਸੂਫੀ ਸੰਤ। ਇਹਦੇ ਜੀਵਨ ਦੇ ਵਿੱਚੋਂ ਇੱਕ ਮੈਂ ਘਟਨਾ ਅਰਜ਼ ਕਰਦਿਆਂ ਕਿ ਕਿਤਨਾ ਕਿ ਇਹ ਜਿਹੜਾ ਸੀ ਕਠਨ ਸੁਭਾਅ ਦਾ ਮਾਲਕ ਸੀ। ਜਦੋਂ ਪਿਤਾ ਨੂੰ ਇਹਨੇ ਕੈਦ ਵਿੱਚ ਪਾਇਆ ਸ਼ਾਹਜਹਾਨ ਨੂੰ, ਤੇ ਪਿਤਾ ਨੇ ਕੈਦ ਵਿੱਚ ਪਏ ਨੇ ਸੰਤਰੀ ਨੂੰ ਕਿਹਾ ਕਿ ਦਿਨ ਦਾ ਪਾਣੀ ਮੁੱਕ ਗਿਆ ਏ
ਤੇ ਪਾਣੀ ਦਿੱਤਾ ਜਾਵੇ। ਇੱਕ ਅਰਜ਼ ਕਰਦਿਆਂ ਔਰੰਗਜ਼ੇਬ ਸ਼ੱਕੀ ਬਹੁਤ ਸੀ। ਆਪਣੇ ਪਿਤਾ ਨੂੰ ਬੇਸ਼ੱਕ ਇਹਨੇ ਕੈਦ ਕੀਤਾ, ਪਰ ਤਾਲੇ ਦੀ ਚਾਬੀ ਇਹਦੇ ਕੋਲ ਰਹਿੰਦੀ ਸੀ, ਕਿਸੇ ਤੇ ਵਿਸ਼ਵਾਸ ਨਹੀਂ ਸੀ ਕਰਦਾ। ਆਪ ਹੀ ਖੋਲ੍ਹਦਾ ਸੀ ਤੇ ਆਪ ਹੀ ਬੰਦ ਕਰਦਾ ਸੀ। ਤੇ ਅੱਜ ਇਹ ਸ਼ਾਹਜਹਾਨ ਬਾਦਸ਼ਾਹ ਨੇ ਕਿਹਾ ਸੰਤਰੀ ਨੂੰ ਕਿ ਮੈਨੂੰ ਪਿਆਸ ਲੱਗੀ ਹੈ, ਪਾਣੀ ਮੁੱਕ ਚੁੱਕਾ ਏ ਤੇ ਪਾਣੀ ਦਿੱਤਾ ਜਾਵੇ। ਤੇ ਸੰਤਰੀ ਨੇ ਅੱਗੋਂ ਜਵਾਬ ਦਿੱਤਾ ਸ਼ਾਹਜਹਾਨ ਨੂੰ ਕਿ ਬਾਦਸ਼ਾਹ ਸਲਾਮਤ ਹੁਕਮ ਕਰਨਗੇ ਤੇ ਪਾਣੀ ਮਿਲੇਗਾ। ਤੇ ਇਹਦੇ ਪਿਤਾ ਨੇ ਕਿਹਾ ਕਿ ਜਾ ਫਿਰ ਆਪਣੇ ਬਾਦਸ਼ਾਹ ਸਲਾਮਤ ਦੇ ਕੋਲ ਕਹਿ ਕਿ ਤੇਰਾ ਪਿਤਾ ਪਾਣੀ ਮੰਗਦਾ ਹੈ। ਜਦੋਂ ਉਹ ਸੰਤਰੀ ਉਹ ਸਿਪਾਹੀ ਔਰੰਗਜ਼ੇਬ ਕੋਲ ਆਇਆ ਤੇ ਕਹਿੰਦਾ ਹੈ ਕਿ ਤੇਰੇ ਪਿਤਾ ਨੂੰ ਪਿਆਸ ਲੱਗੀ ਹੋਈ ਹੈ ਤੇ ਪਾਣੀ ਮੰਗਦਾ ਹੈ, ਤੇ ਔਰੰਗਜ਼ੇਬ ਨੇ ਇਹ ਕਹਿ ਕੇ ਭੇਜ ਦਿੱਤਾ ਸੀ ਕਿ ਉਹਨੂੰ ਕਹਿ ਜਿਹੜੀਆਂ ਸਿਆਹੀ ਦੇ ਨਾਲ ਆ ਚਿੱਠੀਆਂ ਲਿਖਦਾ ਏ ਤੇ ਜਿਸ ਸਿਆਹੀ ਨੂੰ ਪਾਣੀ ਦੇ ਨਾਲ ਗਿੱਲਿਆਂ ਕਰਦਾ ਏ ਉਸੇ ਪਾਣੀ ਨੂੰ ਪੀ ਕੇ ਗੁਜ਼ਾਰਾ ਕਰ ਲੈ, ਤੇਰੇ ਲਈ ਹੋਰ ਪਾਣੀ ਨਹੀਂ ਆਉਣਾ। ਜਾਂ ਇਸ ਵਿਦਵਾਨਾਂ ਨੇ ਇਹ ਵੀ ਗੱਲ ਕਹੀ ਕਿ ਔਰੰਗਜ਼ੇਬ ਨੇ ਕਿਹਾ ਸੀ ਹੁਣ ਮੇਰਾ ਸਮਾਂ ਨਹੀਂ ਹੈ, ਜਦੋਂ ਸਮਾਂ ਲੱਗੇਗਾ ਸ਼ਾਮ ਨੂੰ ਆ ਕੇ ਪਾਣੀ ਮਿਲ ਜਾਵੇਗਾ, ਕਿਉਂਕਿ ਤਾਲਾ ਤੇ ਮੈਂ ਨਹੀਂ ਖੁੱਲ੍ਹਣਾ ਸੀ। ਇਹੋ ਜਿਹੇ ਸੁਭਾਅ ਦਾ ਮਾਲਕ। ਕਹਿੰਦੇ ਜਿਸ ਕੈਦ ਵਿੱਚ ਇਹ ਕੈਦ ਸੀ ਉਹਦੀ ਬਾਰੀ ਖੁੱਲ੍ਹੀ ਸੀ। ਜਦੋਂ ਪਤਾ ਲੱਗਾ ਕਿ ਇਹ ਤੇ ਬਾਹਰ ਦੇ ਨਜ਼ਾਰੇ ਦੇਖਦਾ, ਇਹਨੇ ਬਾਰੀ ਬੰਦ ਕਰਵਾ ਦਿੱਤੀ ਸੀ, ਇਹ ਬਾਹਰ ਤੱਕ ਝਾਤ ਨਾ ਮਾਰੇ। ਤੇ ਜਦੋਂ ਇਹਨੇ ਪਾਣੀ ਵੱਲੋਂ ਇਹ ਗੱਲ ਕਹੀ ਨਾ ਤੈਨੂੰ ਪਾਣੀ ਨਹੀਂ ਮਿਲਣਾ, ਤੇ ਸ਼ਾਹਜਹਾਨ ਨੇ ਇੱਕ ਰੁਬਾਈ ਦੇ ਰੂਪ ਵਿੱਚ ਲੈ ਕੇ ਇਹਨੂੰ ਚਿੱਠੀ ਭੇਜੀ ਸੀ। ਕਹਿੰਦਾ ਸੀ ਔਰੰਗਜ਼ੇਬ ਹੈ ਤੂੰ ਮੇਰਾ ਪੁੱਤਰ ਹੈ, ਪਰ ਮੈਂ ਹਿੰਦੂਆਂ ਤੋਂ ਹੈਰਾਨ ਨਾ, ਕੁਰਬਾਨ ਜਾਨਾ ਹਿੰਦੂਆਂ ਤੋਂ। ਕਿਉਂ? ਕਹਿੰਦਾ ਤੂੰ ਜਿੰਦੇ ਪਿਓ ਨੂੰ ਪਾਣੀ ਨਹੀਂ ਪੁੱਛ ਰਿਹਾ ਤੇ ਹਿੰਦੂ ਤੇਰੇ ਨਾਲੋਂ 100 ਗੁਣਾ ਚੰਗੇ ਨੇ ਜਿਹੜੇ ਮੋਏ ਹੋਏ ਪਿਤਰਾਂ ਨੂੰ ਵੀ ਪਾਣੀ ਦੇਈ ਜਾਂਦੇ ਨੇ। ਤੂੰ ਤੇ ਜਿੰਦੇ ਪਿਓ ਦੀ ਬਾਤ ਨਹੀਂ ਪੁੱਛਦਾ, ਪਾਣੀ ਨਹੀਂ ਦਿੰਦਾ, ਤੇ ਤੇਰੇ ਲਈ ਹਿੰਦੂ ਚੰਗੇ ਨੇ ਕਿ ਜਿਹੜੇ ਮੋਏ ਹੋਏ ਪਿਤਰਾਂ ਨੂੰ, ਵੱਡੇ ਵਡੇਰਿਆਂ ਨੂੰ ਪਾਣੀ ਦਿੰਦੇ ਨੇ, ਤੇਰੇ ਨਾਲ ਉਹ ਚੰਗੇ ਨੇ। ਇਹੋ ਜਿਹੇ ਸੁਭਾਅ ਦਾ ਇਹ ਔਰੰਗਜ਼ੇਬ ਸੀ। ਔਰੰਗਜ਼ੇਬ ਦਾ ਜਦੋਂ ਸਮਾਜ ਵਿੱਚ ਪ੍ਰਚਾਰ ਹੋਇਆ ਤੇ ਪ੍ਰਚਾਰ ਇਹ ਹੋਇਆ ਕਿ ਔਰੰਗਜ਼ੇਬ ਨੇ ਭਰਾ ਨੂੰ ਕਤਲ ਕੀਤਾ ਏ, ਬੇਟੀ ਨੂੰ ਕਤਲ ਕੀਤਾ ਏ, ਪੁੱਤਰਾਂ ਨੂੰ ਕਤਲ ਕੀਤਾ ਏ, ਭੈਣ ਨੂੰ ਕਤਲ ਕੀਤਾ ਏ, ਕੁਝ ਕਰਿੰਦਿਆਂ ਨੂੰ ਕਤਲ ਕੀਤਾ ਏ, ਪਿਓ ਨੂੰ ਕੈਦ ਵਿੱਚ ਪਾਇਆ ਹੋਇਆ ਏ, ਤੇ ਲੋਕਾਂ ਦੇ ਮਨ ਵਿੱਚ ਨਫ਼ਰਤ ਪੈਦਾ ਹੋ ਗਈ। ਆਮ ਜੀ ਗੱਲ ਹੈ। ਔਰੰਗਜ਼ੇਬ ਹੈ ਚਲਾਕ ਸੀ। ਇਹਨੇ ਸੋਚਿਆ ਕਿ ਇਹ ਨਫ਼ਰਤ ਨੂੰ ਕਿਵੇਂ ਦੂਰ ਕੀਤਾ ਜਾਵੇ। ਇਹਨੇ ਪਹਿਲਾਂ ਤੇ ਬੜੇ ਤਰੀਕੇ ਅਪਣਾਏ। ਮੱਕੇ ਦੇ ਮੁੱਲਾਂ ਨੂੰ ਇਹਨੇ ਜਿਹੜਾ ਸੀ ਆਪਣਾ ਸਾਜੋ ਸਮਾਨ ਭੇਜਿਆ ਕਿ ਚਲੋ ਮੱਕੇ ਦੇ ਕਾਜੀ ਨੂੰ ਆਪਣੇ ਵੱਸ ਵਿੱਚ ਕਰ ਲਈਏ, ਪਰ ਕਾਜੀ ਨੇ ਇਹਦੀ ਭੇਟਾ ਨਹੀਂ ਸੀ ਪ੍ਰਵਾਨ ਕੀਤੀ। ਬਾਅਦ ਵਿੱਚ ਉਹ ਇਹਦੇ ਵੱਲ ਦਾ ਹੀ ਹੋ ਗਿਆ ਸੀ। ਬੜੇ ਤਰੀਕੇ ਅਪਣਾਏ। ਫਿਰ ਸਲਾਹਕਾਰਾਂ ਨੇ ਸਲਾਹ ਦਿੱਤੀ ਔਰੰਗਜ਼ੇਬ ਸਮਾਜ ਵਿੱਚ ਲੋਕਾਂ ਵਿੱਚ ਤੇਰਾ ਇਵੇਂ ਪਿਆਰ ਨਹੀਂ ਬਣਨਾ ਜਿਹੜੇ ਕਰਮ ਤੂੰ ਕਰ ਦਿੱਤੇ ਨੇ। ਫਿਰ ਔਰੰਗਜ਼ੇਬ ਦੇ ਚਲਾਕ ਦਿਮਾਗ ਨੇ ਇਹ ਸੋਚਿਆ ਕਿ ਜੇ ਮੈਂ ਇਸਲਾਮ ਸਾਰੇ ਪਾਸੇ ਫੈਲਾ ਦੇਵਾਂ, ਇਹਨੇ ਸੋਚਿਆ ਕਿ ਜੇ ਮੈਂ ਇਹੀ ਸਾਰਾ ਸਮਾਜ ਬਣਾ ਦਿਆਂ ਕਿ ਮੁਸਲਮਾਨਾਂ ਦਾ ਹਿੰਦੂਆਂ 'ਤੇ ਕਹਿਰ ਢਾਵਾਂ, ਗੈਰ ਮੁਸਲਮਾਨ ਨੂੰ ਮੁਸਲਮਾਨ ਬਣਾ ਲਵਾਂ, ਤੇ ਮੈਨੂੰ ਫਿਰ ਮੁਸਲਮਾਨ ਕਹਿਣਗੇ ਕਿ ਔਰੰਗਜ਼ੇਬ ਧਰਮੀ ਬਹੁਤ ਹੈ, ਔਰੰਗਜ਼ੇਬ ਚੰਗਾ ਬਹੁਤ ਹੈ, ਜਿਹੜਾ ਮੁਸਲਮਾਨ ਹੀ ਬਣਾਈ ਜਾਂਦਾ, ਕਿਤਨਾ ਧਰਮੀ ਬੰਦਾ ਹੈ। ਨਾਲੇ ਇਹਨੇ ਸੋਚਿਆ ਕਿ ਸਾਡੇ ਮੁਹੰਮਦ ਨੇ ਕਿਹਾ ਹੈ ਕਿ ਜਿਹਨੂੰ ਮੁਸਲਮਾਨ ਬਣਾ ਲਿਆ ਜਾਵੇ ਕਿਸੇ ਨੂੰ, ਤੇ ਕੋਈ ਗੱਲ ਨਹੀਂ, ਜੇ ਕੋਈ ਮੁਸਲਮਾਨ ਬਣ ਜਾਵੇ ਤੇ ਬਹੁਤ ਵਧੀਆ ਗੱਲ ਹੈ। ਸਾਡੇ ਤੇ ਮੁਹੰਮਦ ਸਾਹਿਬ ਨੇ ਵੀ ਇਹ ਗੱਲ ਕਹੀ ਹੈ। ਇਹਨਾਂ ਸਾਰੀਆਂ ਗੱਲਾਂ ਨੂੰ ਸਾਹਮਣੇ ਰੱਖ ਕੇ ਇਹਨੇ ਕੁਝ ਕੁ ਹੁਕਮ ਜਾਰੀ ਕਰ ਦਿੱਤੇ। ਸਭ ਤੋਂ ਪਹਿਲਾਂ ਇਹਨੇ ਹੁਕਮ ਕੀਤਾ ਚੁੰਗੀ ਦਾ ਟੈਕਸ ਜਿਹੜਾ ਸੀ ਉਹ ਵਧਾ ਦਿੱਤਾ। ਕਿ ਇਹਨੇ ਇਹ ਟੈਕਸ ਇਸ ਕਰਕੇ ਵਧਾ ਦਿੱਤਾ ਕਿ ਤੁਸੀਂ ਮੁਸਲਮਾਨ ਰਾਜ ਵਿੱਚ ਗੈਰ ਮੁਸਲਮਾਨ ਰਹਿ ਰਹੇ ਹੋ ਤਾਂ ਤੁਹਾਨੂੰ ਟੈਕਸ ਦੇਣਾ ਪਵੇਗਾ। ਫਿਰ ਇਹਨੇ ਹੌਲੀ ਹੌਲੀ ਯਾਤਰਾ ਟੈਕਸ ਲਾ ਦਿੱਤਾ। ਜੇ ਹਿੰਦੂ ਨੇ ਕਿਸੇ ਨੇ ਯਾਤਰਾ ਕਰਨੀ ਹੈ ਉਹਨੂੰ ਟੈਕਸ ਤਾਰਨਾ ਪਵੇਗਾ। ਮੁਸਲਮਾਨਾਂ 'ਤੇ ਟੈਕਸ ਘਟਾ ਦਿੱਤਾ। ਇੱਥੋਂ ਤੱਕ ਕਿ ਕੁਝ ਕੁ ਗੱਦੀ ਨਸ਼ੀਨੀ ਹੋਣ ਤੋਂ ਬਾਅਦ ਇਹਨੇ ਟੈਕਸ ਮੁਸਲਮਾਨਾਂ ਦਾ ਬੰਦ ਹੀ ਕਰ ਦਿੱਤਾ ਸੀ, ਤੇ ਉਹ ਸਾਰੇ ਦਾ ਸਾਰਾ ਭਾਰ ਹਿੰਦੂਆਂ 'ਤੇ ਪਾ ਦਿੱਤਾ ਕਿ ਇਹ ਟੈਕਸ ਤਾਰਨਗੇ। ਤੇ ਜਿਹੜੇ ਹਿੰਦੂ ਨੌਕਰੀ ਕਰਦੇ ਸੀ ਉਹਨਾਂ ਨੂੰ ਇਹਨੇ ਇਹ ਹੁਕਮ ਜਾਰੀ ਕਰ ਦਿੱਤਾ ਕਿ ਜਿਹੜੇ ਗੈਰ ਮੁਸਲਮਾਨ ਨੇ, ਭਾਵ ਮੁਸਲਮਾਨ ਨਹੀਂ ਹੈ,
ਉਹ ਨੌਕਰੀ नहीं कर सकते। नौकरी केवल तो केवल उन्होंने दिती जाए माल खजाने दे माल विच ਜਿਹੜੇ मुसलमान ने, ਜਿਹੜੇ मुसलमान बनते हैं नौकरी दी जाए, ਜਿਹੜੇ नहीं बनते उन्होंने नौकरी तो कढ़ दिता जाए। इतिहासकार कहते हैं जदों आ सारा कुछ वापरन लग पिया ना, ये नहीं कि हिंदुओं ने पहला पुकार नहीं की, सीधा गुरु तेग बहादुर साहब महाराज की शरण में आ गए। कहते कुछ कि इन्हों की कोई मीटिंग हुई है कुछ हिंदुओं की, इन्हों ने कहा औरंगजेब ते अत्याचार करी जाता है। कहते कुछ कि हिंदू इकट्ठे होए, इन्हों ने कहा चलो दिल्ली चलीए। ये कुछ हिंदुओं की जथेबंदी होकर दिल्ली की धरती पर गई है। जदों इन्हों पता सी कि औरंगजेब ने अपने किले विचों निकल के मस्जिद विच जाना है, वो राह विच जिहड़ा रस्ता सी उहदे विच इन्हां ने धरना ला लिया कि औरंगजेब नूं कहना इतने टैक्स वधा दिते ने, कुछ क टैक्स घटाए जाण। ये मंग नूं लैके ये उत्थे बैठे सी। औरंगजेब की नमाज का टाइम होया, नमाजी उदा पक्का सी, बेशक जितने मर्जी कहर औरंगजेब ने कीते ने, नमाज नहीं सी छड्डदा, पंज नमाजी पक्का सी। औरंगजेब नूं पता लगा कि कुछ कि हिंदू फरियाद करन लई आए ने कि टैक्स घटाया जाए। इन्हें की कीता, अपने आउण तो पहला इन्हें कहा मेरे आउण तो पहला रस्ता साफ हो जाना चाहिए है। इन्हें कहा किवें? इन्हें कह दिता कि किसी हाथी नूं छड्ड दो, एक मस्त हाथी इन्हें छड्ड दिता। और जेड़े हिंदू बैठे से विचारे राह दे विच मंग लैके कि टैक्स घटाया जाए, साडा रहना दुब्बर होया पिया है। जदों मस्त हाथी छड्डिया, लताड़ता होया भज्जिया इन्हां वल नूं, कुछ कि हिंदू जख्मी कर दिते, कुछ मार दिते, कुछ विचारे भज गए। इस तरीके नाल इहदा राह साफ हो गया और नमाज अदा करन लई गया। और इस तरीके नाल अत्याचार इहदा घटिया नहीं, वधदा ही गया। 1671 दे विच 58 ਦੇ ਵਿੱਚ ਇਹਦੀ ਗੱਦੀ ਨਿਸ਼ਾਨੀ ਤਖਤ ਤੇ ਬੈਠਦਾ ਹੈ ਤੇ 71 ਦੇ ਵਿੱਚ 1671 ਦੇ ਵਿੱਚ ਇਹ ਸੋਚਦਾ ਹੈ ਕਿ ਕਿਵੇਂ ਜਿਹੜਾ ਇਹ ਸਾਰੇ ਹਿੰਦੂਆਂ ਨੂੰ ਮੁਸਲਮਾਨ ਬਣਾਇਆ ਜਾਵੇ। ਇਹਦੀ ਸਭ ਤੋਂ ਪਹਿਲਾਂ ਨਜ਼ਰ ਕਸ਼ਮੀਰ ਤੇ ਪੈਂਦੀ ਹੈ। ਕਸ਼ਮੀਰ ਦੇ ਵਿੱਚ ਸੈਫ ਖਾਨ ਸ਼ਾਇਦ ਜਿਹਦਾ ਪਹਿਲਾ ਨਾਮ ਹੈ, ਉਹ ਇੱਥੋਂ ਦਾ ਗਵਰਨਰ ਸੀ। ਔਰ ਸੈਫ ਖਾਨ ਤੋਂ ਕੋਈ ਗੱਲ ਨਾ ਬਣੀ, फिर इन्हें मराग बिज जिहड़ा सी वो बना दिता, उन्हें भी ये गल ना मनी। फिर इन्हें इफ्तिखार जिहड़ा खान सी उन्होंने बना दिता लकब शेर अफगान का दे के। 1671 दे विच शेर अफगान खान जिहड़ा है ये कश्मीर के तखत ते बैठदा है। कश्मीर की सारी वाग डोगर इहदे कोल आ जाती है। ध्यान देना, इन्हें उन्होंने तख्त नशीनी होने तो पहला औरंगजेब ने कुछ गल्लां कहीआं ने। उन्हें कहा सारे दे सारे कश्मीर नूं हिंदुआं नूं मुसलमान बनाया जाए, उहदे लई जिहड़ी चीज़ की जरूरत है और जिस हद तक उतरिया जाता है वो सारे कर्म अपना ले जान। पहले नंबर ते इतिहासकार कहते हैं इन्हें क्या धन दिता जाए, जे हिंदू नहीं मनते उन्हां नूं धन दिता जाए, जे फिर भी ना मनन उन्हां नूं जमीन दिती जाए, जे फिर भी ना मनन ते मूँह मंगिया इनाम दिता जाए, जो वो बोलते हैं वो दिता जाए। कहण तो मुराद जमीन दिती जाए, धन दिता जाए, लालच दिता जाए, फिर कहंदा प्यार नाल समझाया जाए। ये भी इहदी एक नीति सी। सीधा ही नहीं इन्हां ने आके कतलेआम कर दिता सी, ये राजनीतिक सी। इन्हें क्या धन नाल नहीं मनणगे, जमीन नाल नहीं मनणगे, मूँह मंगिया चीज़ां दित्तियां जाणगियां ना मनणगे। इन्हें क्या फिर प्यार दे नाल समझाया जाए कि समझ जाओ तुहाडा भला है। जदों प्यार नाल भी मनने ने क्या फिर अत दी नीच हरकत भी इन्हां नाल करनी पवे, तशद्दद ढाउणा पवे ते टलना नहीं, कतल भी करने पैण ते कीते जाण। और कीते भी इन्हां ने कश्मीर दे विच बहुत कतल। इत्थे आप जी दे ज्ञात लई फिर मैं अर्ज करदे हां कि ये नहीं कि कोई भी हिंदू मुसलमान नहीं बनिया, बड़े हिंदू मुसलमान बन भी गए सी डरदे, कुछ टैक्स तो तंग आ करके, कुछ उदां इन्हां दे अत्याचारां तो। पर एक बात ध्यान रखण योग है कि औरंगजेब ने यह गल ये घटना जां मुसलमान बनाउणा कश्मीर तो ही क्यों आरंभ किया, होर भी बड़े इलाके सी, पर इन्हें कश्मीर ही क्यों चुनिया। तो विद्वानां ने प्रिंसीपल सतबीर सिंह ने जां सोहण सिंह सीतल ने बड़ियां सोहणियां उदाहरणां दित्तियां ने।
ਕਹਿੰਦੇ ਇਹਨੇ ਕਸ਼ਮੀਰ ਤਾਂ ਚੁਣਿਆ, ਉਹਦੇ ਵਿੱਚ 2-3 ਗੱਲਾਂ ਨੇ। ਪਹਿਲਾਂ ਕਸ਼ਮੀਰ ਨੂੰ ਚੁਣਨ ਦਾ ਕਾਰਨ ਵਿਦਵਾਨ ਇਹ ਮੰਨਦੇ ਨੇ, ਕਸ਼ਮੀਰ ਇੱਕ ਪੜ੍ਹਿਆਂ ਲਿਖਿਆਂ ਦਾ ਸ਼ਹਿਰ ਸੀ, ਪੰਡਤਾਂ ਦਾ ਗੜ੍ਹ ਸੀ। ਇੱਥੇ ਬਹੁਤ ਪੜ੍ਹੇ ਲਿਖੇ ਪੰਡਤ ਰਿਹਾ ਕਰਦੇ ਸੀ, ਪੰਡਤ ਰਹਿੰਦੇ ਸੀ। ਔਰ ਇਹਨੇ ਸੋਚਿਆ ਜੇ ਪੰਡਤ ਮੁਸਲਮਾਨ ਬਣ ਜਾਣ, ਇਹ ਪੜ੍ਹੇ ਲਿਖੇ ਵਿਦਵਾਨ ਪੰਡਤ ਬਣ ਜਾਣ ਕਸ਼ਮੀਰ ਦੇ, ਤੇ ਆਮ ਲੋਕ ਜਿਹੜੇ ਅਨਪੜ੍ਹ ਨੇ ਉਹਨਾਂ ਨੂੰ ਬਣਾਉਣਾ ਬਹੁਤ ਸੌਖਾ ਮੁਸਲਮਾਨ ਹੈ, ਜਦੋਂ ਪੜ੍ਹੇ ਲਿਖੇ ਬਣ ਗਏ। ਇਹਨੇ ਸੋਚਿਆ ਜੇ ਅਨਪੜ੍ਹ ਅੜਨਗੇ ਤੇ ਇਹ ਪੜ੍ਹੇ ਲਿਖੇ ਆਪੇ ਪ੍ਰੇਰਨਗੇ ਇਹਨਾਂ ਨੂੰ ਕਿ ਭਾਈ ਮੁਸਲਮਾਨ ਬਣ ਜਾਵੋ, ਜੇ ਇਹ ਆਪ ਬਣ ਗਏ। ਇਹਨੇ ਇਹ ਸੋਚਿਆ ਕਿ ਕਸ਼ਮੀਰ ਪੜ੍ਹਿਆ ਲਿਖਿਆ ਵਿਦਵਾਨਾਂ ਦਾ ਸ਼ਹਿਰ ਹੈ, ਜੇ ਇਹ ਬਣ ਗਏ ਤੇ ਬਾਕੀ ਹਿੰਦੁਸਤਾਨ ਦੇ ਹਿੰਦੂਆਂ ਨੂੰ ਮੁਸਲਮਾਨ ਬਣਾਉਣਾ ਸੌਖਾ ਹੈ। ਦੂਸਰਾ ਕਾਰਨ ਕਹਿੰਦੇ ਜਿਹੜਾ ਕਸ਼ਮੀਰ ਹੈ ਇਹਦੀਆਂ ਹੱਦਾਂ ਬਾਹਰ ਦੇ ਦੇਸ਼ਾਂ ਤੱਕ ਜਾ ਕੇ ਮਿਲਦੀਆਂ ਨੇ। ਇਹਨੇ ਸੋਚਿਆ ਜੇ ਕਸ਼ਮੀਰ ਆ ਗਿਆ ਤੇ ਸਾਰੇ ਪਾਸੇ ਮੁਸਲਮਾਨਾਂ ਬੋਲਾ ਹੋ ਜਾ, ਜਿਹੜਾ ਇਹ ਬੋਲ ਬਾਲਾ ਹੋ ਜਾਵੇਗਾ। ਤੀਸਰਾ ਕਾਰਨ ਇਹਨੇ ਇਹ ਕਿ ਕਸ਼ਮੀਰ ਦੇ ਲਾਗੇ ਪਿਸ਼ਾਵਰ ਤੇ ਕਾਬਲ ਪੈਂਦੇ ਨੇ, ਤੇ ਜੇ ਕਸ਼ਮੀਰ ਦੇ ਵਿੱਚੋਂ ਕੋਈ ਬਗਾਵਤ ਉੱਠੂਗੀ ਕਿ ਆਪਾਂ ਮੁਸਲਮਾਨ ਨਹੀਂ ਬਣਨਾ, ਸਾਡੇ ਧਰਮ ਨੂੰ ਖਤਰਾ ਏ, ਇਹਨੇ ਸੋਚਿਆ ਫਿਰ ਪਿਸ਼ਾਵਰ ਤੇ ਕਾਬਲ ਵੱਲੋਂ ਜਹਾਦ ਦਾ ਝੰਡਾ ਖੜਾ ਕਰਕੇ ਹਮਲਾ ਬੋਲ ਦਿੱਤਾ ਜਾਵੇਗਾ ਕਿ ਸਾਡੇ ਧਰਮ ਨੂੰ ਖਤਰਾ ਹੈ। ਜਹਾਦ ਦੇ ਝੰਡੇ ਤੋਂ ਭਾਵ ਹੁਣ ਸਰਕਾਰ ਨੂੰ ਖਤਰਾ ਨਹੀਂ, ਧਰਮ ਨੂੰ ਖਤਰਾ ਹੈ। ਇਹਨੇ ਸੋਚਿਆ ਕਬਾਇਲੀਆਂ ਕੋ ਤੇ ਪਿਸ਼ਾਵਰ ਕੋਲੋਂ ਹਮਲਾ ਕਰਾ ਦਿਆਂਗਾ। ਔਰ ਇੱਕ ਕਾਰਨ ਇਹ ਵੀ ਵਿਦਵਾਨ ਦੱਸਦੇ ਨੇ ਕਸ਼ਮੀਰ ਚੁਣਨ ਦਾ ਕਿ ਇੱਥੇ ਪੰਡਤ ਬਹੁਤ ਰਹਿੰਦੇ ਸੀ, ਤੇ ਔਰੰਗਜ਼ੇਬ ਨੇ ਸੋਚਿਆ ਇਹ ਪੰਡਤ ਪੂਜਾ ਦੇ ਧਾਨ ਤੇ ਪਲਦੇ ਨੇ, ਕਿਉਂਕਿ ਲੋਕ ਭੇਟਾਵਾਂ ਚੜਾਉਂਦੇ ਨੇ, ਪੂਜਾ ਦੇ ਧਾਨ ਤੇ ਪਚਦੇ ਨੇ, ਤੇ ਜਿਹੜੇ ਇਹ ਧਾਨ ਤੇ ਬਚਦੇ ਨੇ ਇਹ ਲਾਲਚ ਵਿੱਚ ਬਹੁਤ ਛੇਤੀ ਆਉਣਗੇ। ਇਹਨੇ ਸੋਚਿਆ ਇਹਨਾਂ ਪੰਡਤਾਂ ਜਿਹੜੇ ਪੂਜਾ ਦੇ ਧਾਨ ਤੇ ਗੁਜ਼ਾਰਾ ਕਰਦੇ ਫਿਰਦੇ ਨੇ, ਜਦੋਂ ਇਹਨਾਂ ਨੂੰ ਲਾਲਚ ਦਿੱਤੇ, ਪੈਸੇ ਦਿੱਤੇ, ਜ਼ਮੀਨ ਦਿੱਤੀ, ਭੋਏ ਦਿੱਤੀ, ਇਹਨਾਂ ਨੇ ਆਪਣੇ ਆਪ ਧਰਮ ਤਿਆਗ ਦੇਣਾ। ਇੱਕ ਇਹ ਵੀ ਕਾਰਨ ਵਿਦਵਾਨ ਮੰਨਦੇ ਨੇ। ਰਹੋ ਵਿਚਾਰ। ਸ਼ੇਰ ਅਫਗਾਨ ਨੇ ਬਹੁਤ ਤਸ਼ੱਦਦ ਢਾਇਆ, ਇਹਨੇ ਵਾਢੀ ਕਰਨੀ ਸ਼ੁਰੂ ਕਰ ਦਿੱਤੀ। ਇਹਨੇ ਕਿਹਾ ਮੁਸਲਮਾਨ ਬਣ ਜਾਓ, ਜਿਹੜਾ ਅੜਦਾ ਸੀ ਕਤਲ ਕਰ ਦਿੰਦਾ ਸੀ, ਕੁਝ ਕੁ ਨੇ ਡਰਦਿਆਂ ਨੇ ਧਰਮ ਗ੍ਰਹਿਣ ਕਰ ਲਿਆ। ਔਰ ਇਤਿਹਾਸਕਾਰ ਕਹਿੰਦੇ ਨੇ ਕੁਝ ਕੁ ਬ੍ਰਾਹਮਣ ਹਿੰਦੂ ਇਕੱਤਰ ਹੋਏ ਨੇ, ਉਹਨਾਂ ਕਿਹਾ ਸ਼ੇਰ ਅਫਗਾਨ ਤੇ ਤਸ਼ੱਦਦ ਬਹੁਤ ਢਾਉਂਦਾ ਏ, ਰਹਿਣਾ ਦੁੱਬਰ ਕਰ ਦਿੱਤਾ। ਇਹਨਾਂ ਨੇ ਸ਼ੇਰ ਅਫਗਾਨ ਦੇ ਅੱਗੇ ਇੱਕ ਬੇਨਤੀ ਕੀਤੀ ਹੈ। ਇਹਨਾਂ ਕਿਹਾ ਤੁਸੀਂ ਕਿਉਂ ਰੋਜ਼-ਰੋਜ਼ ਤੰਗ ਕਰਦੇ ਹੋ, ਸਾਨੂੰ ਕੁਝ ਕੁ ਸਮੇਂ ਦੀ ਮੋਹਲਤ ਦਿੱਤੀ ਜਾਵੇ। ਸ਼ੇਰ ਅਫਗਾਨ ਨੂੰ ਇਹਨਾਂ ਨੇ ਕਿਹਾ, ਕਸ਼ਮੀਰ ਦਾ ਹੁਕਮਰਾਨ ਜੀ ਜਿਹੜਾ, ਇਹਨੇ ਕਿਹਾ ਕੁਝ ਕੁ ਸਮੇਂ ਦੀ ਸਾਨੂੰ ਮੋਹਲਤ ਦਿੱਤੀ ਜਾਵੇ, ਆਪਾਂ ਸਲਾਹ ਕਰਕੇ ਦੱਸ ਦਿਆਂਗੇ, ਸਾਰੇ ਦੇ ਸਾਰੇ ਮੁਸਲਮਾਨ ਬਣ ਜਾਵਾਂਗੇ। ਹੁਣ ਸ਼ੇਰ ਅਫਗਾਨ ਨੂੰ ਇਹਦੇ ਵਿੱਚ ਫਾਇਦਾ ਜਾਪਿਆ ਕਿ ਚਲੋ ਜੇ ਜ਼ੋਰ ਧੱਕਾ ਨਾ ਕਰਨਾ ਪਵੇ, ਆਪਣੇ ਆਪ ਮੰਨ ਜਾਣ, ਤੇ 6 ਮਹੀਨੇ ਕੀ ਸਮਾਂ ਲੰਘ ਜਾਵੇਗਾ। ਉਹਨੇ ਇੱਕ ਲਿਖਾ ਲਿਆ ਇਹਨਾਂ ਦੇ ਕੋਲੋਂ ਕਿ 6 ਮਹੀਨੇ ਵੇਟ ਕਰਾਂਗੇ, ਜੇ ਨਾ ਮੰਨੇ ਤੁਸੀਂ ਤੇ ਫਿਰ ਤੁਹਾਨੂੰ ਦੁਬਾਰਾ ਤੋਂ ਕਤਲ ਕਰਨਾ ਸ਼ੁਰੂ ਕਰ ਦਿਆਂਗਾ। 6 ਮਹੀਨੇ ਲਈ ਕਤਲੇਆਮ ਮੈਂ ਰੋਕ ਦਿੰਦਾ। ਇਹਨਾਂ ਨੇ ਵੀ ਕਿਹਾ ਠੀਕ ਹੈ, 6 ਮਹੀਨੇ ਦਾ ਟਾਈਮ ਦੇ ਦਿਓ, ਆਪਾਂ ਵੀ ਆਪਣੇ ਪੀਰਾਂ ਦੇਵੀ ਦੇਵਤਿਆਂ ਨੂੰ ਧਿਆ ਲਈਏ ਕਿ ਕਿਤਨੇ ਕੋਈ ਮਦਦ ਲਈ ਪਹੁੰਚਦਾ ਜਾਂ ਨਹੀਂ। ਸ਼ੇਰ ਅਫਗਾਨ ਨੇ 6 ਮਹੀਨੇ ਦਾ ਟਾਈਮ ਦੇ ਦਿੱਤਾ। ਇਹਨਾਂ ਨੇ ਆਪਣੇ ਬੜੇ ਪੀਰ ਫਕੀਰ ਦੇਵੀ ਦੇਵਤਿਆਂ ਨੂੰ ਧਿਆਇਆ, ਪਰ ਕੋਈ ਅਪੜਿਆ ਨਾ। ਇਤਿਹਾਸਕਾਰ ਕਹਿੰਦੇ ਨੇ ਕਿ ਇਹਨਾਂ ਦੇ ਵਿੱਚ ਮਟਨ ਦਾ ਰਹਿਣ ਵਾਲਾ ਇੱਕ ਕਿਰਪਾ ਰਾਮ ਸੀ। ਔਰ ਇਹ ਕਿਰਪਾ ਰਾਮ ਇਹਨਾਂ ਨੇ ਸੋਚਿਆ ਚਲੋ ਯਾਤਰਾ ਤੇ ਚੱਲੀਏ। ਇਹ ਅਮਰਨਾਥ ਦੀ ਯਾਤਰਾ ਤੇ ਗਏ ਨੇ, ਪਰ ਉੱਥੇ ਜਾ ਕੇ ਵੀ ਇਹਨਾਂ ਨੇ ਕਾਫੀ ਜਪ ਤਪ ਕੀਤਾ, ਹਵਨ ਕੁੰਡ ਕੀਤੇ, ਪਰ ਕੋਈ ਗੱਲ ਨਾ ਬਣੀ। ਔਰ ਇੱਥੋਂ ਜਿਹੜਾ ਕਿਰਪਾ ਰਾਮ ਹੈ, ਇਹਦਾ ਮੈਂ ਥੋੜ੍ਹਾ ਜਿਹਾ ਪਿਛੋਕੜ ਅਰਜ਼ ਕਰਦੇ ਹਾਂ। ਕਿਰਪਾ ਰਾਮ ਦਾ ਇਹਨਾਂ ਦਾ ਵੱਡਾ ਵਡੇਰਾ ਭਾਈ ਪਿਰਾਗਾ ਹੋਇਆ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵੇਲੇ। ਸਿੱਖ ਬੜਾ ਸ਼ਰਧਾਲੂ ਸੀ, ਔਰ ਇਹ ਸੀ ਭਾਈ ਪਿਰਾਗੇ ਦਾ ਪੜਪੋਤੜਾ ਸੀ ਇਹ ਕਿਰਪਾ ਰਾਮ। ਔਰ ਭਾਈ ਚੋਪਾ ਸਿੰਘ ਮੈਂ ਨਾਲ ਹਵਾਲਾ ਦੇ ਦਿਆਂ। ਭਾਈ ਚੋਪਾ ਸਿੰਘ ਦੇ ਰਹਿਤਨਾਮੇ ਵਿੱਚ ਹਵਾਲਾ ਮਿਲਦਾ ਹੈ ਜਿਹੜਾ ਇਹ ਕਿਰਪਾ ਰਾਮ ਹੈ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਉਸਤਾਦ ਵੀ ਰਹਿ ਚੁੱਕਿਆ ਸੀ, ਪੜ੍ਹਾਇਆ ਸੀ ਇਹਨੇ ਦਸਮ ਪਿਤਾ ਨੂੰ। ਇਹ ਥੋੜ੍ਹਾ ਬਹੁਤਾ ਜਾਣਕਾਰੀ ਰੱਖਦਾ ਸੀ ਸਿੱਖ ਧਰਮ ਦੀ। ਜਦੋਂ ਅਮਰਨਾਥ ਯਾਤਰਾ 'ਤੇ ਗਏ, ਉੱਥੇ ਫਿਰ ਸਲਾਹ ਹੋਈ ਕਿ ਦੁਨੀਆ ਦੇ ਵਿੱਚ ਕੋਈ ਕੋਨਾ ਨੇ ਬੜੀਆਂ ਅਰਦਾਸਾਂ, ਹਵਨ ਕੁੰਡ, ਪੀਰਾਂ ਫਕੀਰਾਂ, ਦੇਵੀ ਦੇਵਤਿਆਂ ਨੂੰ ਧਿਆ ਲਿਆ, ਕੋਈ ਅਪੜਿਆ ਨਾ।
ਇਤਿਹਾਸਕਾਰ ਕਹਿੰਦੇ ਨੇ ਇੱਥੇ ਕਿਰਪਾ ਰਾਮ ਨੂੰ ਰਾਤ ਸੁਪਨਾ ਵੀ ਆਇਆ ਸੀ ਕਿ ਹੁਣ ਮਦਦ ਲੈਣੀ ਹੈ ਕੇਵਲ ਤੇ ਕੇਵਲ ਉਹ ਸਿੱਖਾਂ ਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਤੋਂ ਤੁਹਾਨੂੰ ਕੋਈ ਮਦਦ ਮਿਲ ਸਕਦੀ ਹੈ। ਹੋਰ ਕੋਈ ਇਸ ਸਮੇਂ ਦੁਨੀਆ ਤੇ ਥਾਂ ਨਹੀਂ ਜਿਹੜਾ ਔਰੰਗਜ਼ੇਬ ਦੇ ਤਸ਼ੱਦਦ ਤੋਂ ਤੁਹਾਨੂੰ ਬਚਾ ਲਵੇ। ਸਵੇਰੇ ਇਹਨਾਂ ਨੇ ਸਲਾਹ ਕੀਤੀ ਤੇ ਇਹ ਤੁਰ ਪਏ ਔਰ ਇਹਨਾਂ ਦੀ ਗਿਣਤੀ ਗਿਆਨੀ ਗਿਆਨ ਸਿੰਘ ਨੇ 16 ਦੀ ਲਿਖੀ ਹੈ ਕਿ 16 ਜਾਣੇ ਸੀ ਜਿਹੜੇ ਫਰਿਆਦ ਲੈ ਕੇ ਆਏ ਨੇ। ਔਰ ਇਹ ਪਹਿਲਾਂ ਅੰਮ੍ਰਿਤਸਰ ਦੇ ਸਥਾਨ ਤੇ ਪਹੁੰਚਦੇ ਨੇ। ਇੱਥੇ ਪਤਾ ਲੱਗਦਾ ਹੈ ਕਿ ਨਹੀਂ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੋ ਗੁਰੂ ਨਾਨਕ ਦੀ 9ਵੀਂ ਜੋਤ ਹੈ ਉਹ ਆਨੰਦਪੁਰ ਸਾਹਿਬ ਦੇ ਸਥਾਨ ਤੇ ਬੈਠੀ ਹੈ। ਇਹ ਉੱਥੋਂ ਚੱਲ ਕੇ ਫਿਰ ਆਨੰਦਪੁਰ ਸਾਹਿਬ ਦੇ ਸਥਾਨ ਤੇ ਪਹੁੰਚਦੇ ਨੇ। ਜਦੋਂ ਆਨੰਦਪੁਰ ਸਾਹਿਬ ਦੇ ਸਥਾਨ ਤੇ ਪਹੁੰਚਦੇ ਨੇ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਦੇਖਿਆ ਕਿ ਕੁਝ ਕਸ਼ਮੀਰੀ ਪੰਡਤ ਆਏ ਨੇ, ਬ੍ਰਾਹਮਣ ਆਏ ਨੇ ਔਰ ਬਹੁਤ ਮੰਦੇ ਹਾਲ ਨੇ, ਰੋ ਰਹੇ ਨੇ। ਤੇ ਪਾਤਸ਼ਾਹ ਜੀ ਨੇ ਕਾਰਨ ਪੁੱਛਿਆ। ਪਾਤਸ਼ਾਹ ਨੇ ਕਿਹਾ ਕੀ ਕਾਰਨ ਹੈ ਕਿ ਤੁਸੀਂ ਬਹੁਤ ਰੋ ਰਹੇ ਹੋ, ਵਿਰਲਾਪ ਕਰ ਰਹੇ ਹੋ। ਤੁਹਾਡੇ ਮੱਥੇ ਤੋਂ ਇਹ ਪਤਾ ਲੱਗ ਰਿਹਾ ਹੈ ਕਿ ਬਹੁਤ ਚਿੰਤਾ ਤੋਂ ਰੋ ਤੁਸੀਂ। ਤੇ ਕਿਰਪਾ ਰਾਮ ਜੋ ਇਹਨਾਂ ਦਾ ਆਗੂ ਸੀ ਨੇ ਸਾਰੇ ਹਾਲ ਨੂੰ ਰੋ ਰੋ ਕੇ ਫੁੱਟ ਕੇ ਰੋ ਕੇ ਪਾਤਸ਼ਾਹ ਦੇ ਅੱਗੇ ਬਿਆਨ ਕੀਤਾ, ਪਾਤਸ਼ਾਹ ਜੀਓ ਸਾਡੇ ਧਰਮ ਨੂੰ ਬਹੁਤ ਖਤਰਾ ਹੈ। ਔਰੰਗਜ਼ੇਬ ਕੱਟੜਵਾਦੀ ਹੈ, ਇਹਨੇ ਕਿਹਾ ਮੈਂ ਸਾਰੇ ਦਾ ਸਾਰਾ ਹਿੰਦੁਸਤਾਨ ਹੀ ਮੁਸਲਮਾਨ ਦਾ ਬਣਾ ਦੇਣਾ ਹੈ, ਗੈਰ ਮੁਸਲਮਾਨ ਕੋਈ ਰਹਿਣ ਹੀ ਨਹੀਂ ਦੇਣਾ। ਪਾਤਸ਼ਾਹ ਜੀ ਧਰਮ ਨੂੰ ਖਤਰਾ ਬਹੁਤ ਹੈ। ਕਿਸੇ ਕਵੀ ਨੇ ਲਿਖਿਆ ਹੈ, ਦੁਖੀਏ ਬ੍ਰਿਪ ਜੋ ਚੱਲ ਕੇ ਆਏ ਪੁਰੀ ਆਨੰਦ, ਬਾਹੇ ਅਸਾਡੀ ਪਕੜੀਏ ਗੁਰੂ ਹਰਗੋਬਿੰਦ ਕੇ ਚੰਦ। हे ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਲਾਜ ਦੁਲਾਰੇ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਓ, ਗੁਰੂ ਨਾਨਕ ਦੀ 9ਵੀਂ ਜੋਤ ਤੇ ਸੁਭਾਏ ਮਾਨੋ, ਅੱਜ ਸਾਡੇ ਧਰਮ ਨੂੰ ਖਤਰਾ ਏ। ਕੇਵਲ ਤੇ ਕੇਵਲ ਇਹ ਆਨੰਦਾਂ ਦੀ ਪੂਰੀ ਹੀ ਸਾਨੂੰ ਦਿਸੀ ਹੈ ਕਿ ਜਿੱਥੇ ਸਾਡਾ ਧਰਮ ਬਚ ਸਕਦਾ ਏ। ਦੁਨੀਆ ਦਾ ਹੋਰ ਕੋਈ ਕੋਨਾ ਨਹੀਂ ਜਿੱਥੇ ਧਰਮ ਨੂੰ ਬਚਾ ਲਈਏ। ਸਾਡੇ ਧਰਮ ਨੂੰ ਬਚਾਵੋ। ਇਤਿਹਾਸਕਾਰ ਕਹਿੰਦੇ ਨੇ ਪਾਤਸ਼ਾਹ ਨੇ ਧੀਰਜ ਦਿੱਤਾ, ਬਿਠਾਇਆ, ਕੋਈ ਗੱਲ ਨਹੀਂ। ਇਤਨੇ ਨੂੰ ਗਿਆਨੀ ਗਿਆਨ ਸਿੰਘ ਦਾ ਇਹ ਕਹਿਣਾ ਏ ਕਿ 9 ਸਾਲਾਂ ਦਾ ਬਾਲਕ ਗੋਬਿੰਦ ਰਾਏ ਉਸ ਸਮੇਂ ਚੱਲ ਕੇ ਇੱਥੇ ਪਹੁੰਚੇ ਆਏ। ਜਿਸ ਵੇਲੇ ਵੇਖਿਆ ਕਿ ਇਹ ਪੰਡਤ ਰੋ ਰਹੇ ਨੇ, ਬਹੁਤ ਮੰਦੇ ਹਾਲ ਨੇ, ਪਾਤਸ਼ਾਹ ਜੀ ਬੈਠੇ ਨੇ, ਤੇ ਬਾਲਕ ਨੇ ਗੋਬਿੰਦ ਰਾਏ ਨੇ ਪੁੱਛ ਲਿਆ ਕਿ ਪਾਤਸ਼ਾਹ ਜੀ ਇਹ ਬ੍ਰਾਹਮਣ ਰੋ ਕਿਉਂ ਰਹੇ ਨੇ? ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਬੜੇ ਪ੍ਰੇਮ ਦੇ ਨਾਲ ਸਿਰ ਤੇ ਹੱਥ ਫੇਰਦਿਆਂ ਕਿਹਾ, ਗੋਬਿੰਦ ਰਾਏ ਪੁੱਤਰ ਜੀ, ਇਹਨਾਂ ਦੇ ਧਰਮ ਨੂੰ ਖਤਰਾ ਏ, ਇਹਨਾਂ ਦੇ ਜੰਝੂ ਨੂੰ ਖਤਰਾ ਏ, ਇਹਨਾਂ ਦੇ ਤਿਲਕ ਨੂੰ ਖਤਰਾ ਏ। ਤੇ ਇਹਨਾਂ ਦਾ ਖਤਰਾ ਤਾਂ ਟਾਲਿਆ ਜਾ ਸਕਦਾ ਏ ਜੇ ਕੋਈ ਵੱਡਾ ਮਹਾਤਮ ਹੋਵੇ, ਬੜਾ ਯੋਧਾ ਹੋਵੇ, ਬੜਾ ਤਗੜਾ ਮਹਾਪੁਰਸ਼ ਹੋਵੇ, ਪਰਮਾਤਮਾ ਦੇ ਨਾਲ ਅਭੇਦ ਹੋਵੇ, ਕੋਈ ਬਲੀਦਾਨ ਦੇਵੇ, ਤਾਂ ਇਹਨਾਂ ਦਾ ਧਰਮ ਰਹਿ ਸਕਦਾ ਹੈ। ਇਤਿਹਾਸਕਾਰ ਕਹਿੰਦੇ ਗਿਆਨੀ ਗਿਆਨ ਸਿੰਘ ਦਾ ਕਹਿਣਾ ਹੈ ਕਿ ਗੋਬਿੰਦ ਰਾਏ ਬਾਲਕ ਅਵਸਥਾ ਦੇ ਵਿੱਚ 9 ਸਾਲਾਂ ਦੀ ਉਮਰ, ਇਹਨਾਂ ਨੇ ਕਿਹਾ ਪਾਤਸ਼ਾਹ ਗੁਰੂ ਪਿਤਾ ਜੀਓ, ਫਿਰ ਤੁਹਾਡੇ ਤੋਂ ਵੱਡਾ ਇਸ ਸਮੇਂ ਹੋਰ ਹੈ ਵੀ ਕੌਣ ਹੈ? ਜੇ ਇਹ ਆਏ ਨੇ ਫਰਿਆਦ ਲੈ ਕੇ, ਤੇ ਸਾਡੇ ਤੇ ਧਰਮ ਦੀ ਇਹ ਰੀਤ ਹੈ, ਜੋ ਕੰਠ ਆਵੇ ਤਿਸ ਬਿਰਧ, ਜੋ ਕੰਠ ਆਵੇ ਤੇ ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ। ਜਿਹੜਾ ਸ਼ਰਨ ਦੇ ਵਿੱਚ ਆ ਗਿਆ ਉਹਨੂੰ ਗਲੇ ਲਗਾਉਣਾ ਏ, ਇਹ ਤੇ ਸਾਡੇ ਧਰਮ ਦਾ ਬਿਰਧ ਹੈ, ਰੀਤ ਹੈ। ਤੇ ਪਾਤਸ਼ਾਹ ਜੀ ਫਿਰ ਕਰੋ ਇਹਨਾਂ ਦਾ ਮਸਲਾ ਹੱਲ। ਇੱਥੇ ਮੈਂ ਥੋੜਾ ਚਿਰ ਰੁਕਣਾ ਚਾਹੁੰਦਾ। ਇੱਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ 9 ਸਾਲਾਂ ਦੀ ਆਜੂ ਹੈ, ਉਧਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਵੀ 9 ਸਾਲਾਂ ਦੀ ਆਜੂ ਹੈ। ਇੱਕ ਪਾਸੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ 9 ਸਾਲਾਂ ਦੀ ਉਮਰ ਵਿੱਚ ਕਹਿ ਦਿੱਤਾ ਮੈਂ ਜਨੇਊ ਨਹੀਂ ਪਹਿਨਣਾ। ਪੰਡਤ ਹਰਦਿਆਲ ਜੀ ਆ ਜਨੇਊ ਮੈਨੂੰ ਪ੍ਰਵਾਨ ਨਹੀਂ। ਦੂਸਰੇ ਪਾਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੋ ਅੱਜ ਬਾਲਕ ਅਵਸਥਾ ਦੇ ਵਿੱਚ ਨੇ, ਗੋਬਿੰਦ ਰਾਏ 9 ਸਾਲਾਂ ਦੀ ਅਵਸਥਾ ਹੈ, ਕਹਿ ਰਹੇ ਨੇ ਪਾਤਸ਼ਾਹ ਜੀਓ ਇਹਨਾਂ ਦਾ ਤਿਲਕ ਤੇ ਜੰਝੂ ਲੱਥਣਾ ਨਹੀਂ ਚਾਹੀਦਾ। ਇੱਕ ਪਾਸੇ ਕਹਿ ਰਹੇ ਨੇ ਪੈਣਾ ਨਹੀਂ ਚਾਹੀਦਾ, ਇੱਥੇ ਕਹਿ ਰਹੇ ਨੇ ਲੱਥਣਾ ਨਹੀਂ ਚਾਹੀਦਾ। ਇੱਥੇ ਮੈਂ ਆਪ ਜੀ ਦਾ ਧਿਆਨ ਦਿਵਾਉਣਾ ਚਾਹੁੰਦਾ, ਜਦੋਂ ਧੱਕੇ ਦੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਪਾ ਰਹੇ ਨੇ ਤੇ ਪਾਤਸ਼ਾਹ ਜੀ ਕਹਿ ਰਹੇ ਨੇ ਇਹ ਜਨੇਊ ਦਾ ਫਾਇਦਾ ਕੀ ਹੈ?
दया कपा संतोख सूत जत गंडी सत वाटे जनेऊ जी का हई ता पांडे घत ना है टुटै ना मल लगे ना है जल न जाए धन सो मान सनान का जो गल चले पाए चौकड़ मुल अनाया बै चौकै पाया सिखा कन चढ़ाइया गुर ब्राह्मण थिया ओ मूआ ओ झड़ पिया वे तग्गा गया। ਉੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ ਪੰਡਤ ਹਰਦਿਆਲ ਜੀ ਸਾਨੂੰ ਤੁਹਾਡਾ ਇਹ ਜਨੇਊ ਪ੍ਰਵਾਨ ਨਹੀਂ ਹੈ। ਕਿਉਂ? ਕਿਉਂਕਿ ਇਹ ਸੜ ਵੀ ਜਾਣਾ ਏ, ਇਹ ਮੈਲਾ ਵੀ ਹੋਣਾ ਏ ਔਰ ਇਹ ਬਾਹਰ ਤੱਕ ਸੀਮਤ ਹੈ। ਇਹਦੇ ਪਾਉਣ ਨਾਲ ਬੰਦਾ ਧਰਮੀ ਬਣ ਜਾਂਦਾ ਹੈ। ਜਦੋਂ ਪੰਡਤ ਹਰਦਿਆਲ ਨੇ ਕਿਹਾ ਨਾ ਕਿ ਹਾਂ ਇਹ ਜਨੇਊ ਪਾਉਣ ਦੇ ਨਾਲ ਬੰਦਾ ਧਰਮੀ ਬਣ ਜਾਂਦਾ ਏ, ਤੇ ਪਾਤਸ਼ਾਹ ਨੇ ਜਵਾਬ ਬੜਾ ਬਾਕਮਾਲ ਦਾ ਦਿੱਤਾ ਸੀ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ ਫਿਰ ਠੀਕ ਹੈ, ਜੇ ਧਰਮੀ ਬਣ ਜਾਂਦਾ ਜਨੇਊ ਪਾਉਣ ਦੇ ਨਾਲ ਮੈਂ ਪਹਿਨ ਲੈਣਾ, ਪਰ ਉਹਦੇ ਤੋਂ ਪਹਿਲਾਂ ਮੇਰੀ ਭੈਣ ਨੂੰ ਵੀ ਜਨੇਊ ਪਾਇਆ ਜਾਵੇ, ਇਹ ਵੀ ਧਰਮੀ ਬਣਨੀ ਚਾਹੀਦੀ ਹੈ। ਪੰਡਿਤ ਨੇ ਕਿਹਾ ਇਹ ਔਰਤਾਂ ਦੇ ਲਈ ਨਹੀਂ ਹੈ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ ਇਹ ਫਰਕ ਕਿਉਂ ਹੈ? ਇੱਥੇ ਇਸਤਰੀ ਤੇ ਮਰਦ ਦਾ ਫਰਕ ਹੀ ਨਹੀਂ, ਤੁਸੀਂ ਖੱਤਰੀ ਬ੍ਰਾਹਮਣ ਤੇ ਸ਼ੂਦਰ ਦੇ ਨਾਲ ਵੈਸ਼ ਦੇ ਨਾਲ ਵੀ ਇਹ ਜਨੇਊ ਦਾ ਵਿਤਕਰਾ ਕੀਤਾ, ਕਿਸੇ ਦਾ ਕਪਾਹ ਦਾ ਤੇ ਕਿਸੇ ਦਾ ਹੋਰ ਕਿਸੇ ਦੀ ਮੇਢੇ ਦੀ ਉੱਨ ਦਾ। ਪਾਤਸ਼ਾਹ ਨੇ ਕਿਹਾ ਸਾਨੂੰ ਤੇਰਾ ਜਨੇਊ ਪਰਵਾਹ ਨਹੀਂ। ਇੱਥੇ ਧੱਕੇ ਦੇ ਨਾਲ ਜਨੇਊ ਪਾਇਆ ਜਾ ਰਿਹਾ ਹੈ ਤੇ ਪਾਤਸ਼ਾਹ ਨੇ ਮਨਾ ਕਰ ਦਿੱਤਾ, ਤੇ ਜਿੱਥੇ ਧੱਕੇ ਦੇ ਨਾਲ ਲਾਇਆ ਜਾ ਰਿਹਾ ਹੈ ਉੱਥੇ ਪਾਤਸ਼ਾਹ ਜੀ ਖੜ ਗਏ ਨੇ ਕਿ ਧੱਕੇ ਨਾਲ ਲੱਥਣਾ ਵੀ ਚਾਹੀਦਾ ਨਹੀਂ। ਇਹਦਾ ਮਤਲਬ ਇਹ ਨਹੀਂ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਇਹਨਾਂ ਦੇ ਹੱਕ ਵਿੱਚ ਇਸ ਕਰਕੇ ਨੇ ਕਿ ਜਾਂ ਹਿੰਦੂ ਧਰਮ ਨੂੰ ਮੰਨਦੇ ਨੇ ਜਾਂ ਇਹਨਾਂ ਦੀਆਂ ਰੀਤਾਂ ਨੂੰ ਮੰਨਦੇ ਨੇ। ਨਹੀਂ, ਨਾ ਪਾਤਸ਼ਾਹ ਜੀ ਤਿਲਕ ਲਾਉਂਦੇ ਨੇ, ਨਾ ਜਨੇਊ ਪਹਿਨਦੇ ਨੇ, ਫਿਰ ਵੀ ਪਾਤਸ਼ਾਹ ਨੇ ਇਹਨਾਂ ਦੀ ਬਾਂਹ ਫੜੀ। ਕਿਉਂ? ਕਿਉਂਕਿ ਫਰਿਆਦ ਲੈ ਕੇ ਆਏ ਨੇ, ਧੱਕਾ ਹੋ ਰਿਹਾ ਹੈ। ਪਾਤਸ਼ਾਹ ਦੀ ਲੜਾਈ ਕਿਸੇ ਧਰਮ ਖਿਲਾਫ ਨਹੀਂ ਸੀ, ਜ਼ੁਲਮ ਦੇ ਖਿਲਾਫ ਸੀ, ਕਿਸੇ ਹੁਕਮਰਾਨ ਦੇ ਖਿਲਾਫ ਵੀ ਨਹੀਂ ਸੀ, ਕੇਵਲ ਤੇ ਕੇਵਲ ਜ਼ੁਲਮ ਦੇ ਖਿਲਾਫ ਸੀ। ਜੋ ਇਹਨਾਂ ਨੇ ਵੱਖ-ਵੱਖ ਵੰਡਾਂ ਕਰਕੇ ਪਾ ਦਿੱਤਾ, 4 ਇਹਨਾਂ ਨੇ ਵਰਨ ਬਣਾ ਦਿੱਤੇ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ ਜ਼ੁਲਮ ਰੁਕਣਾ ਚਾਹੀਦਾ। ਤੁਸੀਂ ਤੇ ਆਪਸ ਵਿੱਚ ਬੰਦਿਆਂ ਨੂੰ ਵੰਡ ਕੇ ਰੱਖ ਦਿੱਤਾ, ਜਨੇਊ ਕਾਹਦਾ ਪਾਉਂਦੇ ਹੋ? ਧਰਮੀ ਕਾਹਦਾ ਬਣਾਉਂਦੇ? ਤੁਸੀਂ ਤੇ ਵੰਡ ਦਿੰਦੇ ਹੋ, ਨਹੀਂ ਪਹਿਨਣਾ ਜਨੇਊ। ਇੱਥੇ ਜਦੋਂ ਲੱਥ ਰਿਹਾ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਕਿਹਾ ਜ਼ੁਲਮ ਹੋ ਰਿਹਾ ਹੈ, ਠੀਕ ਹੈ ਆਪਾਂ ਜਨੇਊ ਨਹੀਂ ਪਹਿਨਦੇ, ਤਿਲਕ ਨਹੀਂ ਲਾਉਂਦੇ, ਧੋਤੀ ਨਹੀਂ ਪਹਿਨਦੇ, ਪਰ ਇੱਥੇ ਧੱਕੇ ਦੇ ਨਾਲ ਕਿਸੇ ਦਾ ਧਰਮ ਨਹੀਂ ਖੋਇਆ ਜਾ ਸਕਦਾ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਕਹਿ ਦਿੱਤਾ ਕਸ਼ਮੀਰੀ ਪੰਡਤਾਂ ਨੂੰ, ਤੁਸੀਂ ਕਹਿ ਦਿਓ ਜਾ ਕੇ ਸ਼ੇਰ ਅਫਗਾਨ ਤੇ ਔਰੰਗਜ਼ੇਬ ਨੂੰ ਕਿ ਸਾਡੇ ਹੁਣ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ, ਤੇ ਜੇ ਤੁਸੀਂ ਗੁਰੂ ਤੇਗ ਬਹਾਦਰ ਨੂੰ ਮੁਸਲਮਾਨ ਬਣਾ ਲਵੋ ਇੱਕ ਬੰਦੇ ਨੂੰ, ਤੇ ਬਾਕੀ ਸਾਰੇ ਦੇ ਸਾਰੇ ਹਿੰਦੂ ਮੁਸਲਮਾਨ ਬਣ ਜਾਣਗੇ। ਤੁਸੀਂ ਹੁਣ ਕਿਸੇ ਤਰੀਕੇ ਨਾਲ ਚਿੰਤਾ ਨਹੀਂ ਕਰਨੀ, ਬਸ ਸਾਰੀ ਦੀ ਸਾਰੀ ਜ਼ਿੰਮੇਵਾਰੀ ਮੇਰੀ ਹੈ। ਇੱਥੇ ਭੱਟ ਚਾਂਦ ਨੇ ਬੜੇ ਸੋਹਣੇ ਸ਼ਬਦ ਲਿਖੇ ਨੇ। ਉਹਨੇ ਕਿਹਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਉਸ ਵੇਲੇ ਬੋਲਿਆ, ਕਿਉਂਕਿ ਇਹ ਕਵੀ ਸੀ ਤੇ ਕਵੀ ਦੀ ਜ਼ਬਾਨੀ ਆ, ਪਰ ਇਹ ਇਵੇਂ ਲਿਖਿਆ ਕਿ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਸ਼ਬਦ ਕਹੇ ਹੋਣ। ਇਹਨੇ ਕਿਹਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਉਸ ਵੇਲੇ ਕਹਿ ਦਿੱਤਾ, ਚਿਤ ਚਰਨ ਕਮਲ ਕਾ ਆਸਰਾ ਚਿਤ ਚਰਨ ਕਮਲ ਸੰਗ ਜੋੜੀਏ, ਮਨ ਲੋਚੈ ਬੁਰਿਆਈਆਂ ਗੁਰ ਸ਼ਬਦੀ ਇਹੋ ਮਨ ਹੋੜੀਏ। ਕਿ ਮਨ ਤੇ ਹਰ ਵੇਲੇ ਜਿਹੜਾ ਬੁਰਿਆਈਆਂ ਨੂੰ ਲੋਚਦਾ, ਗੁਰੂ ਦਾ ਸ਼ਬਦ ਹੀ ਜਿਹੜਾ ਸਾਨੂੰ ਹੋੜਦਾ ਹੈ। ਮਨ ਲੋਚੈ ਬੁਰਿਆਈਆਂ ਗੁਰ ਸ਼ਬਦੀ ਇਹੋ ਮਨ ਹੋੜੀਐ, ਬਾਹੇ ਜਿਨ੍ਹਾਂ ਦੀ ਪਕੜੀਐ ਸਿਰ ਦੀਜੈ ਬਾਹੇ ਨਾ ਛੋੜੀਐ। ਗੁਰੂ ਤੇਗ ਬਹਾਦਰ ਬੋਲਿਆ ਧਰ ਪਈਐ ਧਰਮ ਨਾ ਛੋੜੀਐ। ਇੱਥੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਕਿਹਾ ਹੁਣ ਮੈਂ ਤੁਹਾਡੀ ਬਾਂਹ ਫੜ ਲਈ, ਹੁਣ ਸਿਰ ਤੇ ਜਾਵੇਗਾ ਪਰ ਇਹ ਬਾਂਹ ਨਹੀਂ ਛੁੱਟੇਗੀ, ਸੀਸ ਤੇ ਚਲਿਆ ਜਾਵੇਗਾ, ਪਰ ਹੁਣ ਤੁਹਾਨੂੰ ਆਪਣੇ ਨਾਲੋਂ ਵੱਖ ਨਹੀਂ ਹੋਣ ਦੇਣਾ, ਛੱਡਣਾ ਨਹੀਂ। ਜਾ ਕੇ ਕਹਿ ਦਿਓ ਉਹਨਾਂ ਨੂੰ ਕਿ ਗੁਰੂ ਤੇਗ ਬਹਾਦਰ ਸਾਡੇ ਗੁਰੂ ਨੇ, ਉਹਨਾਂ ਨੂੰ ਬਣਾ ਲਓ, ਬਾਕੀ ਸਾਰੀ ਖੁਸ਼ੀ ਤੁਹਾਡਾ ਧਰਮ ਕਬੂਲ ਕਰ ਲੈਣੀ। ਇਹ ਆਏ ਬੜੇ ਖੁਸ਼ ਹੋ ਕੇ, ਸ਼ੇਰ ਅਫਗਾਨ ਨੂੰ ਇਹਨਾਂ ਲਿਖ ਕੇ ਦੇ ਦਿੱਤਾ। ਜਦੋਂ ਸ਼ੇਰ ਅਫਗਾਨ ਨੇ ਕਿਹਾ ਹੋ ਗਿਆ ਤੁਹਾਡਾ ਸਮਾਂ ਪੂਰਾ, ਦਿਓ ਹੁਣ ਜਵਾਬ, ਇਹਨਾਂ ਨੇ ਲਿਖ ਕੇ ਦੇ ਦਿੱਤਾ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਡੇ ਗੁਰੂ ਨੇ, ਆਪ ਥਾਂ ਤੇ ਤੁਸੀਂ ਤਸ਼ੱਦਦ ਕਰਨਾ ਬੰਦ ਕਰ ਦਿਓ, ਇੱਕ ਸਾਡੇ ਗੁਰੂ ਤੇਗ ਬਹਾਦਰ ਨੂੰ ਮੁਸਲਮਾਨ ਬਣਾ ਲਓ, ਹਿੰਦੁਸਤਾਨ ਦੇ ਸਾਰੇ ਹਿੰਦੂ ਮੁਸਲਮਾਨ ਬਣ ਜਾਣ ਕੇ। ਇਹ ਲਿਖ ਕੇ ਦੇ ਦਿੱਤਾ ਇਹਨਾਂ ਨੇ। ਐਵੇਂ ਥਾਂ ਤੇ ਸਾਡੇ ਤੇ ਤਸ਼ੱਦਦ ਨਾ ਢਾਓ, ਸਾਡੀਆਂ ਮੰਦਰਾਂ ਨੂੰ ਨਾ ਢਾਓ। ਬੜਾ ਇਹਨਾਂ ਨੇ ਤਸ਼ੱਦਦ ਕੀਤਾ, ਕੱਲਾ ਮੁਸਲਮਾਨ ਹੀ ਨਹੀਂ ਬਣਾਏ ਇਹਨਾਂ ਨੇ, ਜਿਤਨੇ ਮੰਦਰ ਬਣਾਏ ਸੀ ਸਾਰੇ ਦੇ ਸਾਰੇ ਢਾ ਦਿੱਤੇ।
ਮੁਲਤਾਨ ਦੇ ਵਿੱਚ ਤੇ ਬਨਾਰਸ ਦੇ ਵਿੱਚ ਜਿਹੜੀਆਂ ਨਵੀਆਂ ਪਾਠਸ਼ਾਲਾ ਇਹਨਾਂ ਹਿੰਦੂਆਂ ਨੇ ਖੋਲ੍ਹੀਆਂ ਸੀ, ਇਹਨੇ ਔਰੰਗਜ਼ੇਬ ਨੇ ਹੁਕਮ ਦੇ ਕੇ ਢਵਾ ਦਿੱਤੀਆਂ। ਇਲਮ ਪੜ੍ਹਾਈ ਜਿਹੜੀ ਸੀ ਬਾਅਦ ਵਿੱਚ ਜਾਣ ਲੱਗ ਪਈ ਉੱਥੇ। ਬੜਾ ਕੀਮਤੀ ਮੰਦਰ ਸੀ ਮੰਦਰ ਕੇਸ਼ਵ ਸ਼ਹਿਰ ਦੇ ਮਥੁਰਾ ਦੇ ਵਿੱਚ। 33 ਲੱਖ ਦੀ ਲਾਗਤ ਦੇ ਨਾਲ ਸਿੰਘ ਬੁੰਦੇਲੇ ਨੇ ਇਹਨੂੰ ਬਣਾਇਆ ਸੀ। 33 ਲੱਖ ਦੀ ਆਮਦਨ ਲਾ ਕੇ, ਪੈਸਾ ਲਾ ਕੇ ਔਰੰਗਜ਼ੇਬ ਦੇ ਕਰਿੰਦਿਆਂ ਨੇ ਢਾਹ ਕੇ ਧਰਤੀ ਤੋਂ ਨੀਵਾਂ ਕਰ ਦਿੱਤਾ। 33 ਲੱਖ ਦੀ ਲਾਗਤ ਇਸ ਮੰਦਰ ਤੇ ਲਾਈ ਸੀ। ਗੁਜਰਾਤ ਦਾ ਪ੍ਰਸਿੱਧ ਮੰਦਰ ਸੀ, ਉਹ ਵੀ ਇਹਨਾਂ ਨੇ ਢਵਾ ਦਿੱਤਾ। ਚਿੰਤਾਮਨ ਮੰਦਰ ਸੀ ਗੁਜਰਾਤ ਦਾ, ਇਹ ਵੀ ਢਵਾ ਦਿੱਤਾ। ਬਹੁਤ ਮੰਦਰ ਇਹਨਾਂ ਨੇ ਢਾਏ, ਮੁਰੰਮਤ ਬੰਦ ਕਰ ਦਿੱਤੀ, ਨਵੇਂ ਬਣਾਉਣੇ ਬੰਦ ਕਰ ਦਿੱਤੇ, ਢਾਉਣੇ ਸ਼ੁਰੂ ਕਰ ਦਿੱਤੇ, ਮਸੀਤਾਂ ਉਸਾਰਨੀਆਂ ਸ਼ੁਰੂ ਕਰ ਦਿੱਤੀਆਂ। ਰਹੋ ਵਿਚਾਰ, ਅੱਜ ਇਹਨਾਂ ਨੇ ਲਿਖ ਦਿੱਤਾ ਕਿਰਪਾ ਰਾਮ ਨੇ ਨਾਲ 16 ਸਾਥੀਆਂ ਨੇ ਕਿ ਹਿੰਦੁਸਤਾਨ ਦੇ ਸਾਰੇ ਹਿੰਦੂ ਮੁਸਲਮਾਨ ਬਣ ਜਾਣਗੇ, ਪਰ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਮੁਸਲਮਾਨ ਬਣਾ ਲਿਆ ਜਾਵੇ। ਸ਼ੇਰ ਅਫਗਾਨ ਇੱਥੇ ਬਹੁਤ ਖੁਸ਼ ਹੋਏ ਹੈ। ਇਹਨੇ ਸੋਚਿਆ ਇਹਨਾਂ ਨੇ ਤੇ ਕੰਮ ਹੀ ਬਹੁਤ ਸੌਖਾ ਕਰ ਦਿੱਤਾ ਕਿ ਇੱਥੇ ਕੋਨੇ ਕੋਨੇ ਤੇ ਜਾ ਕੇ ਸਾਰੇ ਹਿੰਦੂਆਂ ਨੂੰ ਮੁਸਲਮਾਨ ਬਣਾਉਣਾ ਸੀ। ਆ ਤੇ ਇੱਕ ਬੰਦੇ ਨੂੰ ਮੁਸਲਮਾਨ ਬਣਾਉਣਾ ਕਿੱਡੀ ਕੁ ਵੱਡੀ ਗੱਲ ਹੈ। ਇਹਨੇ ਕਿਹਾ ਪੈਸਾ ਦੇਵਾਂਗੇ, ਲਾਲਚ ਦੇਵਾਂਗੇ, ਧਨ ਦੇਵਾਂਗੇ, ਮੂੰਹ ਮੰਗਿਆ ਰਕਮ, ਪੈਸਾ, ਧਨ, ਦੌਲਤ ਦੇਵਾਂਗੇ, ਪਿਆਰ ਨਾਲ ਸਮਝਾਵਾਂਗੇ, ਜੇ ਨਾ ਸਮਝਾ ਡਰਾਵੇ ਦੇਵਾਂਗੇ, ਤਸੀਹੇ ਦੇਵਾਂਗੇ। ਕਿੰਨਾ ਕੁ ਔਖਾ ਕੰਮ ਹੈ ਕਿਤੇ ਇੱਕ ਬੰਦੇ ਨੂੰ ਮੁਸਲਮਾਨ ਬਣਾਉਣਾ। ਇਹ ਬੜੀ ਖੁਸ਼ੀ ਨੇ ਚਿੱਠੀ ਲਿਖ ਦਿੱਤੀ ਔਰੰਗਜ਼ੇਬ ਨੂੰ। ਔਰੰਗਜ਼ੇਬ ਨੂੰ ਸ਼ੇਰ ਅਫਗਾਨ ਨੇ ਲਿਖਿਆ, ਹਿੰਦੂਆਂ ਦੇ ਨਾਲ ਮੇਰੀ ਜਿਹੜੀ ਗੱਲਬਾਤ ਚੱਲ ਰਹੀ ਸੀ 6 ਮਹੀਨਿਆਂ ਤੋਂ, ਅੱਜ ਇਹਨਾਂ ਨੇ ਸਾਨੂੰ ਲਿਖ ਦਿੱਤਾ ਏ ਕਿ ਕੋਈ ਆਨੰਦਪੁਰ ਸਾਹਿਬ ਇਹਨਾਂ ਦਾ ਗੁਰੂ ਰਹਿੰਦਾ ਏ, ਗੁਰੂ ਤੇਗ ਬਹਾਦਰ। ਇਹ ਕਹਿੰਦੇ ਨੇ ਉਹਨੂੰ ਗੁਰੂ ਬਣਾ ਲਵੋ ਤੇ ਸਾਰੇ ਹਿੰਦੂ ਮੁਸਲਮਾਨ ਬਣ ਜਾਣਗੇ। ਔਰੰਗਜ਼ੇਬ ਵੀ ਬਹੁਤ ਖੁਸ਼ ਹੋਏ ਆ ਕਿ ਇੱਕ ਬੰਦੇ ਨੂੰ ਮੁਸਲਮਾਨ ਬਣਾਉਣਾ ਕਿਤਨੀ ਕੁ ਵੱਡੀ ਗੱਲ ਹੈ। ਔਰੰਗਜ਼ੇਬ ਨੇ ਅੱਗੋਂ ਜਵਾਬ ਵਜੋਂ ਚਿੱਠੀ ਲਿਖ ਦਿੱਤੀ ਕਿ ਜਿਸ ਵੀ ਤਰੀਕੇ ਦੇ ਨਾਲ ਇਸ ਗੁਰੂ ਤੇਗ ਬਹਾਦਰ ਨੂੰ ਮਨਾਇਆ ਜਾਵੇ, ਭਾਵੇਂ ਜਿਤਨੀ ਲਾਗਤ ਲੱਗਦੀ ਹੈ ਲਾਈ ਜਾਵੇ, ਡਰਾਵੇ, ਤਸੀਹੇ, ਤਸ਼ੱਦਦ, ਜੋ ਵੀ ਤਰੀਕਾ ਵਰਤਿਆ ਜਾਂਦਾ ਹੈ ਵਰਤ ਲਓ। ਰਹੋ ਵਿਚਾਰ, ਇੱਥੋਂ ਫਿਰ ਔਰੰਗਜ਼ੇਬ ਜਿਹੜਾ ਦਿੱਲੀ ਦੀ ਧਰਤੀ ਤੋਂ ਚਿੱਠੀ ਸ਼ੇਰ ਅਫਗਾਨ ਨੂੰ ਭੇਜ ਦਿੰਦਾ ਹੈ। ਫਿਰ ਦਿੱਲੀ ਦੀ ਧਰਤੀ ਤੋਂ ਹੀ ਗ੍ਰਿਫਤਾਰੀ ਦੇ ਵਾਰੰਟ ਜਾਰੀ ਹੋ ਜਾਂਦੇ ਨੇ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਗ੍ਰਿਫਤਾਰ ਕੀਤਾ ਜਾਵੇ, ਕਿਉਂਕਿ ਹੁਣ ਦਿੱਲੀ ਲਿਜਾਇਆ ਜਾਣਾ ਤੇ ਮਨਾਉਣਾ ਹੈ। ਆਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਜਦੋਂ ਹਾਂ ਕੀਤੀ ਸੀ ਨਾ, ਬਾਹੇ ਜਿਨ੍ਹਾਂ ਦੀ ਪਕੜੀ ਹੈ, ਸਿਰ ਦੀਜੈ ਬਾਹੇ ਨਾ ਛੋੜੀ, ਉਦੋਂ ਪਤਾ ਲੱਗ ਗਿਆ ਸੀ ਪਾਤਸ਼ਾਹ ਨੂੰ ਹੁਣ ਸਿਰ ਦੇਣਾ ਪੈਣਾ ਏ, ਜਿਹੜੀ ਹਾਂ ਮੈਂ ਕਰ ਦਿੱਤੀ ਹੈ। ਪਾਤਸ਼ਾਹ ਜੀ ਨੇ ਸਾਰੇ ਆਨੰਦਪੁਰ ਦੀ ਸੰਗਤ ਨੂੰ, ਪਰਿਵਾਰ ਨੂੰ, ਗੋਬਿੰਦ ਰਾਏ ਨੂੰ ਸਮਝਾਇਆ ਹੁਣ ਸਾਡਾ ਸਮਾਂ ਆ ਗਿਆ ਹੈ। ਉਧਰੋਂ ਜਿਹੜੇ ਕਰਿੰਦੇ ਤੋਰੇ ਸੀ, ਸਿਪਾਹੀ ਤੋਰੇ ਸੀ ਗ੍ਰਿਫਤਾਰੀ ਦੇ ਲਈ, ਉਹ ਆਨੰਦਪੁਰ ਸਾਹਿਬ ਦੇ ਸਥਾਨ ਤੇ ਪਹੁੰਚਦੇ ਨੇ, ਲਿਆ ਕੇ ਆਪਣੇ ਵਾਰੰਟ ਜਾਰੀ ਕੀਤੇ ਜਿਹੜੇ ਰੱਖ ਦਿੰਦੇ ਨੇ। ਪਾਤਸ਼ਾਹ ਜੀ ਗ੍ਰਿਫਤਾਰੀ ਦੇ ਹੁਕਮ ਨੇ। ਜਦੋਂ ਉਹ ਸਿਪਾਹੀ ਆਨੰਦਪੁਰ ਦੇ ਸ਼ਾਹੀ ਸਿਸਟਮ ਨੂੰ ਦੇਖਦੇ ਨੇ, ਉੱਥੇ ਮਹਿਲ ਮਾੜੀਆਂ ਨੂੰ ਦੇਖਦੇ ਨੇ, ਸਿੰਘਾਂ ਦੇ ਜੀਵਨ ਨੂੰ ਦੇਖਦੇ ਨੇ, ਸਿੱਖਾਂ ਦੇ ਨੂੰ, ਇਹ ਹੈਰਾਨ ਹੋ ਜਾਂਦੇ ਨੇ, ਨਮਸਕਾਰ ਕਰਦੇ ਨੇ, ਪਾਤਸ਼ਾਹ ਜੀ ਹੁਕਮ ਦੇ ਬੱਝੇ ਆ, ਗ੍ਰਿਫਤਾਰ ਕਰਨ ਆਏ ਆ। ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਕਿਹਾ ਸੀ ਮੈਂ ਖੁਦ ਚੱਲ ਕੇ ਆਵਾਂਗਾ, ਮੈਂ ਗ੍ਰਿਫਤਾਰੀ ਨਹੀਂ, ਮੈਂ ਖੁਦ ਚੱਲ ਕੇ ਆਵਾਂਗਾ, ਤੁਹਾਨੂੰ ਕਿਸੇ ਤਰ੍ਹਾਂ ਦੀ ਤਕਲੀਫ ਝੱਲਣ ਦੀ ਲੋੜ ਨਹੀਂ ਹੈ। ਆਪਾਂ ਸੰਗਤਾਂ ਦੇ ਨਾਲ ਵਿਚਰਦੇ ਹੋਏ, ਸੰਗਤਾਂ ਦੇ ਨਾਲ ਮੇਲ ਜੋਲ ਕਰਦੇ ਹੋਏ ਆਪਾਂ ਪਹੁੰਚਾਂਗੇ ਦਿੱਲੀ, ਤੁਸੀਂ ਚਲੇ ਜਾਓ। ਇੱਥੋਂ ਇਹ ਕਰਿੰਦੇ ਵਾਪਸ ਚਲੇ ਗਏ ਨੇ। ਇੱਧਰ ਪਾਤਸ਼ਾਹ ਜੀ ਵੀ ਆਪਣੇ ਪਰਿਵਾਰ ਨੂੰ ਸੰਬੋਧਨ ਕਰਦਿਆਂ ਹੋਇਆ ਕਿ ਹੁਣ ਜੋ ਉਪਜਿਓ ਸੋ ਬਿਨਸ ਹੈ, ਪਰੂ ਆਜ ਕੈ ਕਾਲ, ਨਾਨਕ ਹਰ ਗੁਣ ਗਾਏ, ਲੈ ਛਾੜ ਸਗਲ ਜੰਜਾਲ। ਕਹਿੰਦੇ ਮਾਤਾ ਨਾਨਕੀ ਜੀ ਨੇ ਥੋੜ੍ਹਾ ਜਿਹਾ ਬੈਰਾ ਕੀਤਾ ਸੀ ਕਿ ਤੁਸੀਂ ਚੱਲੇ ਹੋ, ਤੇ ਪਾਤਸ਼ਾਹ ਜੀ ਨੇ ਸਮਝਾਇਆ ਸੀ ਕਿ ਜੋ ਉਪਜਿਓ ਸੋ ਬਿਨਸ ਹੈ, ਜਿਹੜਾ ਪੈਦਾ ਹੁੰਦਾ ਉਹ ਬਿਨਸਦਾ ਹੀ ਹੈ। ਪਰੋ ਆਜ ਕੈ ਕਾਲ, ਜਦੋਂ ਥੋੜੀ ਜਿਹੀ ਚਿੰਤਾ ਕਰਨ ਲੱਗੀ ਨਾ ਸੰਗਤ, ਤੇ ਪਾਤਸ਼ਾਹ ਜੀ ਨੇ ਕਿਹਾ ਚਿੰਤਾ ਤਾਂ ਕੀ ਕੀਜੀਏ ਜੋ ਅਨਹੋਨੀ ਹੋਏ। ਪਾਤਸ਼ਾਹ ਜੀ ਨੇ ਕਿਹਾ ਚਿੰਤਾ ਕਿਉਂ ਕਰਦੇ ਹੋ, ਕਿਹੜੀ ਅਨਹੋਣੀ ਵਾਪਰ ਲੱਗੀ ਹੈ। ਹੋਣੀ ਹੋਵੇਗੀ, ਜੋ ਹੋਣਾ ਹੋਵੇਗਾ ਉਹੀ ਹੋਵੇਗਾ, ਕਦੀ ਅਨਹੋਣੀ ਨਹੀਂ ਵਾਪਰੇਗੀ, ਚਿੰਤਾ ਨਹੀਂ ਕਰਨੀ। ਪਾਤਸ਼ਾਹ ਨੇ ਸਮਝਾਇਆ ਕਿ ਜੋ ਸੰਸਾਰ ਵਿੱਚ ਆਇਆ ਉਹਨੂੰ ਇੱਕ ਦਿਨ ਜਾਣਨਾ ਪੈਂਦਾ। ਇੱਥੇ ਸਤਿਗੁਰੂ ਜੀ ਸੰਗਤ ਨੂੰ ਧੀਰਜ ਦੇ ਕੇ 5 ਸਿੰਘਾਂ ਦੇ ਨਾਲ ਇੱਥੋਂ ਤੁਰਦੇ ਨੇ, ਜਿਨ੍ਹਾਂ ਦੇ ਵਿੱਚ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ,
भाई जैता जी, भाई उदय जी, ये 5 सिंह। सिंह शब्द मैं वरत रहा, वैसे सिंह बाद विच गुरु गोबिंद सिंह महाराज जी ने खंडे बाटे की पौल दे के लाजमी किया सी, पहला सिख ही सी। ये 5 सिख जिहड़े ने नाल गुरु तेग बहादुर साहब महाराज जी दे तुरदे ने। दूसरे पासे फिर औरंगजेब नूं धीर मल्लियां ते राम राइयां ने बहुत चुगलियां लाइयां सी, क्योंकि उन्होंने ये सी कि गुरु तेग बहादुर ने हाँ तो की है, जे हुण गिरफ्तारी ना दी तो सानू मौका मिल जाएगा। भी पहला तो वेखो इन्होंने हाँ कर दी तो हुण गिरफ्तारी नहीं दे रहे, डर रहे ने, तो आपां संगत विच भी ये प्रचारांगे ये गुरु नानक की गद्दी दे विराजमान नहीं हो सकते, क्यों जिहड़ी शरण विच आए सी उन्हां दी हुण लज्जिया नहीं रखी। ये वखरे अपनी गद्दी नूं पए ने कि मसला ये कह के उठा देंगे कि गुरु तेग बहादुर ने शरण आए संगत जां कश्मीरी पंडित मोड़ दिते ने। दूसरा हुण इन्हां ने कहा वेखो जी कितना समा हो गया अजे तक गिरफ्तारी नहीं हुई, पता नहीं कित्थे भगौड़ा हो गए। ये भी विरोधियों ने कह दिता सी कि गुरु तेग बहादुर साहब महाराज जी भगौड़े हो गए ने, फड़े नहीं जा रहे। हालांकि पातशाह जी रस्ते राही हुंदियां आगरे की धरती पर पहुँचते हैं। कई विद्वानों ने कहा कि नहीं इत्थे मलकपुर जां रोपड़ तो गिरफ्तारी हुई है, नहीं, आगरे की धरती तो पातशाह की गिरफ्तारी हुई है। इतिहासकार कहते जदों इन्हों ने कहा ना औरंगजेब नूं कि गुरु तेग बहादुर महाराज हुण भगौड़े हो गए ने, गिरफ्तारी नहीं दे रहे, तुसीं सिपाही भेजो, इत्थे दोबारा सिपाही पहुँचते हैं। कहते हुक्म भी जारी कर दिता सी, क्योंकि काफ़ी समा हो गया से गुरु तेग बहादुर साहब महाराज जी आनंदपुर साहब तो तुरे से, अजे पहुँचे नहीं सी दिल्ली, क्योंकि संगतां दे नाल मिलाप करदियां पातशाह नूं कई दिन रात दिन ठहरना पैंदा सी। संगत बहुत प्रेम करती सी, एक एक दो दो रातां भी रहना पैंदा सी। रहो विचार, गुरु तेग बहादुर साहब महाराज जी आगरे की धरती ते ने, औरंगजेब ने हुक्म कर दिता कि गुरु तेग बहादुर जिहड़ा है वह भगौड़ा है, उन्होंने फड़न दे लई इनाम रख दिता। पातशाह नूं पता चलिया कि साडे ते इनाम रखिया है। आगरे की धरती ते एक आजड़ी का जिक्र मिलता है जिहड़ा बहुत गरीब सी ते पैसिਆਂ की लोड़ सी। वो रब अगे अरदासां करदा सी, पातशाह जीओ गुरु तेग बहादुर साहब महाराज की गिरफ्तारी ते इनाम रखिया गया है, तो जे गिरफ्तारी होनी है तो पातशाह जी मेरे राही हो जाओ, तां जो मैं पैसा धेला मैनू मिल जाए तो मेरी भी गरीबी कट्टी जाए। गिरफ्तार तो तुसी होना ही है आप भी, तो मेरे राही हो जाओ। इतिहासकार कहते हैं पातशाह जी ने ये इयाली नूं जदों इहदे सामने गए, इन्हें पछाणिया नहीं, तो पातशाह ने दुशाला ते एक कीमती अंगूठी दिती कि जा भाई आ मेरे नाल कुछ को सिंह ने, इन्हां ने कुछ छकना है, कोई बाजार विचों लैके आ। जदों ये गया बाजार विचों लैण दे लई इयाली, हुण कितना कीमती वो दुशाला ते वो अंगूठी सी। जदों गया हलवाई को लैके उन्हें कहा ये एक कीमती हीरे जड़ी अंगूठी है दुशाले ने, और मंगदा है केवल तो केवल कुछ क मठियाई, लगता है ये चोरी दी है, क्योंकि चोरी का समान तो इवें जाता है, जो मिलता ठीक है। उन्हें सिपाही ने कोतवाली जाके रिपोर्ट कर दी कि आ इयाली है तो गरीब है, इहदे कोल इतना समान कित्थों आया कीमती। जदों उत्थों दरोगा आया उन्होंने पता लगा, इन्हें सारी वारता दसी कि मेरे ते उत्थे बगीचे दे विच कोई सिपाही आए ने, बंदे आए ने 5-6, उन्होंने दिता सी, कहंदे सी भुख लगी है। जदों उन्होंने उत्थे पहुँच की तो देखिया तो गुरु तेग बहादुर साहब महाराज जी ने इत्थे आगरे की धरती तो पातशाह की गिरफ्तारी हुई है। इत्थों पातशाह जी नूं सीधा दिल्ली ले जाया गया। दिल्ली जाण तो पहला पातशाह जी ने 2 ਸਿੰਘਾਂ ਨੂੰ वापस भेज दिता कि तुसीं साडी शहादत तो बाद साडे इत्थे संगत नूं धीरज देना है और होर जिहड़े कर्म ने वो करने ने। भाई जैता जी ते भाई उदय जी इन्हां नूं पातशाह ने वापस मोड़ दिता, तुसीं वापस चले जाओ। ये दिल्ली की धरती ते रहे ने पर वापस नहीं आए दोवें। भाई मतीदास सतीदास ते भाई दयाला जी गुरु तेग बहादुर साहब महाराज जी के नाल गिरफ्तार हो जाते हैं। सब तो पहला गुरु तेग बहादुर साहब महाराज जी ने एक कोठड़ी विच रखिया जाता है, और जिहड़ी ये कोठड़ी है विद्वान कहते काफ़ी पुरानी सी, और ये खास करके ये डराउण दे लई रखी हुई सी, ते आम लोग ये लागों दी लंघदे नहीं सी, दिने भी, रात ते बहुत दूर की गल है। क्योंकि उस समय वो लोग मनते सी कि ये हवेली दे विच भूत प्रेत रहिंदे ने, लोग डरदे नहीं सी लंघदे। पातशाह नूं इत्थे गिरफ्तार किया गया। 2 दिन पातशाह नूं इसे कोठड़ी विच रखिया गया। तीसरे दिन मुलाकात कराई गई बादशाह दे नाल।
कई विद्वाना ने प्रिंसीपल वाहिगुरु प्रिंसीपल सतबीर सिंह ने जो लिखिया है, उन्हें कहा कि औरंगजेब उस समय हसन अबदाल से पंजा साहिब की धरती ते। और सोहन सिंह सीतल ढाडी ने यह गल लिखी है कि पातशाह दी औरंगजेब नाल मुलाकात हुई, गलबात हुई है। और गुरु तेग बहादुर साहब महाराज जी दे नाल जदों ये बादशाह की गल हुई है, पातशाह जी नूं गिरफ्तार किया गया, 3 नाल सिंह गिरफ्तार ने। औरंगजेब ने पहले नंबर ते इतिहासकार कहते ने बड़े प्यार दे नाल आके पुछिया है, क्योंकि इनू ये सी कि प्यार दे नाल मन जाना है। इन्हें आउंदियां सार सतगुरां नूं बड़ा जिहड़ा अदब सत्कार दिता ते कहा, पातशाह जीओ मैनू इवें लगदा ये औरंगजेब दी जो प्रिंस वाहिगुरु सोहन सिंह सीतल दे शब्द लिखे ने। औरंगजेब ने यह गल कही है, गुरु तेग बहादुर साहब महाराज जीओ मैनू ये लगदा है कि तुहानू धर्म बदलण विच कोई तकलीफ नहीं होवेगी। क्यों? कहंदे क्योंकि तुहाडे गुरु नानक दा ही हुक्म है, ना कोई हिंदू ना मुसलमान, ते मैनू ये लगदा है तुहानू कोई धर्म परिवर्तन कर लगियां कोई तंगी नहीं होवेगी। पातशाह जी ने दा बा कमाल दा जवाब दिता। कहंदे औरंगजेब तंगी कोई नहीं है, पर धक्के दे नाल किसी दा धर्म तब्दील कराउणा ये भला नहीं है। ठीक है कोई प्यार दे नाल धर्म बदल लैंदा उहदी मर्जी है, पर धक्के दे नाल तो धर्म बदल रहा है ये कोई बादशाह वाले काम नहीं। तेरा काम है प्रजा की रखिया करना, प्रजा की सहमति नाल चलना, तू ते तशद्दुद ढाउण लग पे है। औरंगजेब ने फिर प्यार दे नाल कहा है, पातशाह जीओ तुहानू हर एक तरीके दे नाल पैसा धेला जो मूँह मंगी रकम में दिता जाएगा, तुसी धर्म बदलवो, क्योंकि तुहाडे लई धर्म एक ही ने। फिर पातशाह ने कहा है, औरंगजेब अकाल पुरख नूं जे मंजूर हुंदा ते सानू इसे सनातन धर्म विच ना पैदा करदा, इन्हां हिंदुआं नूं वो पैदा ही मुसलमान धर्म विच करदा है, आपां धर्म नहीं बदलना। औरंगजेब ने कहा सारे पासे हिंदुस्तान की धरती ते एक ही धर्म हो जावे मुसलमान, ध्यान देना शब्दां नूं। औरंगजेब ने कहा सारी धरती ते मुसलमान ही हो जाण, कि तुहानूं चंगा नहीं लगता मुसलमान धर्म चंगा नहीं है? पातशाह ने कहा धर्म चंगा है। फिर सारे पासे मुसलमान ही धर्म हो जावे, तुसी धर्म बदलवो, क्योंकि सारियां दा ही भला है, सारे मुसलमान बन जाण। ते पातशाह ने फिर कहा ऐ औरंगजेब जे सारी धरती ते मुसलमान धर्म ही करना है ते परमात्मा ने दूसरा धर्म कोई पैदा ही नहीं सी करना, सारे पासे मुसलमान ही हुंदे। आपां रब दे भाणे विच चलण वाले आ, इस करके धर्म परिवर्तन नहीं करना। हुण औरंगजेब थोड़ा गुस्से विच आ गया, तुहानूं सजा दे दित्ती जावेगी। पातशाह ने कहा कोई फिक्र नहीं, तुसीं लालच नाल नहीं मनदे, प्यार नाल नहीं मनदे, तुहानूं तसीहे दिते जाणगे। पातशाह ने कहा कोई गल नहीं। इतिहासकार कहते हैं पातशाह नूं इन्हां ने तशद्दुद ढालिया, इन्हां ने वो पिंजरे विच बंद किया जिहदे सूए सी, हर पासियों सूए निकले होए सी, ना उहदे विच बंदा खड़ सकदा है, ना बंदा बैठ सकदा है, ना बंदा लेट सकदा है। कुब्बा जा हो के केवल ते केवल उहदे विच खड़िया जा सकदा सी, क्योंकि जदों ढोल लगदी सी सूए वजदे सी, बैठदा सी बंदा तां भी सूए वजदे सी, केवल ते केवल टेढ़ा जा हो के कुब्बा जा हो के खड़िया जा सकदा सी। जे ढोल लगदे सी ते सूए वजदे सी जिहड़े बहुत चुभदे सी। एहो जे पिंजरे दे विच पातशाह नूं कैद कीता, ये एक सब तो वड्डी सजा सी। जे बंदे को बैठिया भी ना जावे, खड़ा भी ना होया जावे, सीधे तरीके नाल लम्मे भी ना पिया जावे, तो कितना औखा बंदा जीवन गुजारेगा। इत्थे ते जिहड़ा कुछ क समय लई बीमार पै जाए, उहदे कोल लेटना मुश्किल हो जाता है कि लेटिया भी नहीं जाता। और पातशाह जी नूं कुछ दिन इदां ही रखिया गया, पर पातशाह जी अडोल खड़े ने, कोई फर्क नहीं। भाई मती दास का इत्थे जिक्र मिलता है, क्योंकि कई इतिहासकार कल्ले गुरु तेग बहादुर साहब महाराज जी की शहादत सुना के समाप्ति कर देंगे ने। मैं चारां की शहादत अर्ज करनी है, फिर आपां समाप्ति करनी, जितना भी समा लगे इस तरह प्यार नाल सजे रहना। भाई मती दास ने गुरु तेग बहादुर साहब महाराज जी नूं प्रिंसीपल सतबीर ने लिखिया, इवें कहा पातशाह जीओ औरंगजेब तुहाडे ते तशद्दुद ढाई जांदा है, ते जे तुसीं मैनूं हुक्म करो तो मैं लाहौर ते दिल्ली दी इट नाल इट खड़का देंगा। मती दास के शब्द ने। गुरु तेग बहादुर साहब महाराज जी ने वेख के भाई मती जी दे शरीर दे जां मुख दे जलाल नूं जाहो जलाल नूं देख के पातशाह ने कहा मती दास जी
ਆ ਇਤਨੀ ਤਾਕਤ ਕਿੱਥੋਂ ਆਈ ਕਿ ਜਿਹੜਾ ਤੁਸੀਂ ਕਹਿੰਦੇ ਦਿੱਲੀ ਤੇ ਲਾਹੌਰ ਦੀ ਇੱਟ ਖੜਕਾ ਦਿਆਂਗਾ। ਪਾਤਸ਼ਾਹ ਜੀ ਤੁਹਾਡੇ ਚਰਨਾਂ ਤੋਂ ਹੀ ਇਹ ਤਾਕਤ ਆਈ ਹੈ। ਤੇ ਪਾਤਸ਼ਾਹ ਨੇ ਕਿਹਾ ਜੇ ਕੋਈ ਸਮੁੰਦਰ ਤੋਂ ਬੂੰਦ ਪੀ ਕੇ ਹੰਕਾਰ ਕਰੇ ਤੇ ਉਹ ਸਮੁੰਦਰ ਵਿੱਚ ਕਿਤਨੀ ਕੁ ਤਾਕਤ ਹੋਵੇਗੀ। ਕਹਿਣ ਤੋਂ ਮੁਰਾਦ ਜਿਸ ਦੇ ਚਰਨਾਂ ਤੋਂ ਤਾਕਤ ਲੈ ਕੇ ਤੂੰ ਦਿੱਲੀ ਤੇ ਲਾਹੌਰ ਦੀ ਇੱਟ ਖੜਕਾ ਰਿਹਾ ਏ, ਉਸ ਦੇ ਚਰਨਾਂ ਵਿੱਚ ਇਤਨੀ ਬਰਕਤ ਹੈ ਤਾਂ ਉਹਦੇ ਵਿੱਚ ਕਿਤਨੀ ਕੁ ਬਰਕਤ ਹੋਵੇਗੀ। ਸਾਡੇ ਵਿੱਚ ਕੋਈ ਤਾਕਤ ਨਹੀਂ ਹੈ। ਤੇਰੇ ਕੋਲ ਰੱਤੀ ਮਾਤਰ ਰੱਬ ਦੇ ਭਗਤਾਂ ਲਈ ਇਹ ਨਹੀਂ ਸੋਭਦਾ ਕਿ ਕੁਝ ਤਾਕਤ ਆ ਜਾਵੇ ਤੇ ਜਣਾਉਣ ਲੱਗ ਪੈਣ। ਨਹੀਂ, ਮਾਨ ਹੁੰਦੇ ਹੋਏ ਨਿਤਾਣੇ ਵਾਂਗੂ ਜੀਵੇ, ਸਾਰਾ ਕੁਝ ਹੁੰਦਿਆਂ ਹੋਇਆਂ ਵੀ ਨਿਤਾਣਿਆਂ ਵਾਲਾ ਜੀਵਨ ਕਰੇ। ਪਾਤਸ਼ਾਹ ਨੇ ਕਿਹਾ ਇਵੇਂ ਕਰਮ ਨਹੀਂ ਕਰਨਾ। ਇਤਿਹਾਸਕਾਰ ਕਹਿੰਦੇ ਇੱਥੇ ਫੌਜਦਾਰਾਂ ਸਿਪਾਹੀਆਂ ਨੇ ਇਹ ਗੱਲ ਸੁਣ ਲਈ ਸੀ। ਉਹਨਾਂ ਔਰੰਗਜ਼ੇਬ ਨੂੰ ਜਾ ਕੇ ਕਿਹਾ, ਕਹਿੰਦੇ ਮਤੀ ਦਾਸ ਹੈ ਜਿਹੜਾ ਲਾਹੌਰ ਤੇ ਦਿੱਲੀ ਦੀ ਇੱਟ ਖੜਕਾਉਣ ਦੀ ਗੱਲ ਕਰਦਾ ਸੀ ਕਿ ਇੱਟ ਖੜਕਾ ਦਿਆਂਗਾ ਦਿੱਲੀ ਤੇ ਲਾਹੌਰ ਦੀ, ਇਹਦੀ ਕਰਾਮਾਤ ਦੇਖੋ। ਔਰੰਗਜ਼ੇਬ ਆ ਗਿਆ, ਕਹਿੰਦੇ ਦਿਖਾ ਸਾਨੂੰ ਆਪਣੀ ਕਰਾਮਾਤ, ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਕੇ ਦੱਸ ਤੇਰੀ ਕਰਾਮਾਤ ਦੇਖੀਏ। ਮਤੀ ਦਾਸ ਅਡੋਲ ਖੜੇ ਨੇ, ਕੁਝ ਨਹੀਂ ਬੋਲੇ। ਜਦੋਂ ਇਹਨੇ ਪੁੱਛਿਆ ਨਾ ਤੂੰ ਇਹ ਸ਼ਬਦ ਕਹੇ ਨੇ ਤੇ ਮੁਕਰੇ ਨਹੀਂ। ਇਹਨਾਂ ਨੇ ਕਿਹਾ ਕਹੇ ਨੇ ਸ਼ਬਦ ਇਹ, ਖੜਕਾ ਦਿਆਂਗੇ ਪਰ ਮੇਰੇ ਗੁਰੂ ਦੀ ਆਗਿਆ ਨਹੀਂ ਹੈ, ਨਹੀਂ ਤੇ ਮੈਂ ਦਿੱਲੀ ਦੀ ਧਰਤੀ ਮੁੱਧੀ ਕਰਦਿਆਂ ਪਰ ਗੁਰੂ ਦਾ ਹੁਕਮ ਨਹੀਂ ਹੈ। ਇਤਿਹਾਸਕਾਰ ਮੈਂ ਇੱਥੇ ਕਰਜ ਕਰਦਾ, ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਾਈ ਬਚਿੱਤਰ ਸਿੰਘ ਨੂੰ ਲੜਾਇਆ ਸੀ ਨਾ ਹਾਥੀ ਦੇ ਨਾਲ, ਤੇ ਸਿੰਘਾਂ ਨੇ ਕਿਹਾ ਸੀ ਪਾਤਸ਼ਾਹ ਜੀ ਇਹ ਮੁਕਾਬਲਾ ਕਰ ਲਏਗਾ, ਕਿਉਂਕਿ ਦੁਨੀ ਚੰਦ ਤੇ ਭੱਜ ਗਏ ਤੇ ਪਤਲਾ ਜਿਹਾ ਸਰੀਰ ਇਹਦਾ। ਇਤਿਹਾਸਕਾਰ ਕਹਿੰਦੇ ਭਾਈ ਬਚਿੱਤਰ ਨੇ ਕਿਹਾ ਸੀ ਹਾਥੀ ਦਾ ਮੁਕਾਬਲਾ ਜੇ ਪਾਤਸ਼ਾਹ ਜੀ ਦਾ ਹੁਕਮ ਹੋਵੇ ਤੇ ਹਾਥੀ ਨੂੰ ਕੰਨੋਂ ਫੜ ਕੇ ਪਲਟੀ ਮਾਰ ਦਿਆਂਗਾ ਇਹਦੀ, ਭਾਵੇਂ ਕੋਈ ਹਥਿਆਰ ਵੀ ਨਾ ਦੋਵੇ। ਗੁਰੂ ਦੀ ਤਾਕਤ ਹੈ, ਬੰਦੇ ਵਿੱਚ ਕੋਈ ਪਾਇਆ ਨਹੀਂ ਕਿ ਹਾਥੀ ਨਾਲ ਲੜ ਜਾਵੇ। ਇਹ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਦਿੱਤੀ ਤਾਕਤ ਸੀ, ਜਿਹੜਾ ਭਾਈ ਬਚਿੱਤਰ ਸਿੰਘ ਵਿੱਚੋਂ ਇਹ ਬੋਲੇ ਕਿ ਹਥਿਆਰ ਦੀ ਲੋੜ ਨਹੀਂ, ਪਾਤਸ਼ਾਹ ਨੇ ਤਾਕਤ ਇਤਨੀ ਬਖਸ਼ ਦਿੱਤੀ ਹੈ ਕਿ ਹਾਥੀ ਨੂੰ ਕੰਨਿਓਂ ਫੜ ਕੇ ਜਿਹੜਾ ਮਾਰ ਦਿਆਂਗਾ, ਸ਼ਸਤਰ ਦੀ ਲੋੜ ਹੀ ਨਹੀਂ ਹੈ। ਜਦੋਂ ਪੁੱਛਿਆ ਭਾਈ ਮਤੀ ਦਾਸ ਨੂੰ ਆ ਗੱਲ ਕਹੀ ਹੈ, ਕਹਿੰਦੇ ਕਹੀ ਹੈ ਖੜਕਾ ਦਿਆਂਗਾ ਇੱਟ ਨਾਲ ਇੱਟ। ਇਹਨੇ ਕਿਹਾ ਵਿਖਾ ਕਰਾਮਾਤ। ਇਹਨਾਂ ਨੇ ਕਰਾਮਾਤ ਦਿਖਾਉਣ ਤੋਂ ਮਨਾ ਕਰ ਦਿੱਤਾ। ਕਹਿੰਦੇ ਕਰਾਮਾਤ ਕਹਿਰ ਦਾ ਨਾਂ ਹੈ, ਕਿਉਂਕਿ ਜਿਤਨੇ ਵੀ ਇਤਿਹਾਸ ਵਿੱਚ ਸ਼ਹਾਦਤਾਂ ਪੜ੍ਹਦੇ ਆ ਲਗਭਗ ਸਾਰਿਆਂ ਨੂੰ ਇਹ ਕਿਹਾ ਸੀ ਕਰਾਮਾਤ ਦਿਖਾਓ, ਕਿਉਂਕਿ ਮੁਸਲਮਾਨ ਬਹੁਤ ਵਿਸ਼ਵਾਸ ਰੱਖਦੇ ਨੇ ਕਰਾਮਾਤ ਵਿੱਚ। ਬੰਦਾ ਸਿੰਘ ਬਹਾਦਰ ਨੂੰ ਕਿਹਾ ਸੀ ਇਹਨਾਂ ਨੇ, ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਕਰਾਮਾਤ ਲਿਖਿਆ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਕਰਾਮਾਤ ਲਿਖਿਆ, ਭਾਈ ਮਤੀ ਦਾਸ ਜੀ ਨੂੰ ਕਹਿੰਦੇ ਕਰਾਮਾਤ ਦਿਖਾਓ। ਇਹਨਾਂ ਨੇ ਕਿਹਾ ਕੋਈ ਕਰਾਮਾਤ ਨਹੀਂ ਸਾਡੇ ਪਾਸ। ਇਹਨਾਂ ਨੇ ਕਿਹਾ ਫਿਰ ਫਤਵਾ ਲਾਓ। ਮੁਫਤੀ ਨੇ ਫਤਵਾ ਲਾ ਦਿੱਤਾ ਇਹਦਾ ਸਰੀਰ ਆਰੇ ਦੇ ਨਾਲ ਚੀਰਿਆ ਜਾਵੇ। ਇਹਦੀ ਸਿੱਖੀ ਦੇਖੋ ਕਿਤਨੀ ਕੁ ਹੈ। ਇੱਥੇ ਧਿਆਨ ਦੇਣਾ, ਇਹਨਾਂ ਨੇ ਆਰਾ ਜਿਹੜਾ ਸੀ 2 ਲੱਕੜਾਂ ਦੇ ਵਿੱਚ ਭਾਈ ਮਤੀ ਦਾਸ ਨੂੰ ਬੀੜ ਦਿੱਤਾ। ਇੱਧਰ ਵੀ ਲੱਕੜ ਇੱਧਰ ਵੀ ਲੱਕੜ, ਉੱਪਰੋਂ ਦੀ ਸਿਰ ਤੋਂ ਆਰਾ ਚਲਾਉਣਾ ਹੈ। ਧਿਆਨ ਦੇਣਾ ਇੱਥੇ ਨਾ, ਜਦੋਂ ਆਰਾ ਚਲਾਉਣ ਲੱਗੇ ਨਾ ਭਾਈ ਮਤੀ ਦਾਸ ਨੇ ਇੱਕ ਗੱਲ ਕਹੀ ਹੈ, ਕਹਿੰਦੇ ਐ ਔਰੰਗਜ਼ੇਬ ਦੇ ਜਲਾਦੋ ਸਰੀਰ ਤੇ ਮੇਰਾ ਕੱਟਣ ਲੱਗਿਓ, ਪਰ ਇੱਕ ਗੱਲ ਮੇਰੀ ਧਿਆਨ ਦੇ ਨਾਲ ਸੁਣ ਲਿਓ। ਕਹਿੰਦੇ ਕੱਲ ਨੂੰ ਇਤਿਹਾਸ ਦੇ ਵਿੱਚ ਕਿਤੇ ਇਹ ਨਾ ਕਹਿਣ ਕਿ ਸਿੰਘ ਡੋਲ ਗਿਆ ਸੀ ਤੇ ਇਹਦਾ ਜਿਹੜਾ ਸਰੀਰ ਸੀ ਉਹ ਤਰੀਕੇ ਨਾਲ ਚੀਰਿਆ ਨਹੀਂ ਗਿਆ। ਕਹਿੰਦੇ ਮੇਰੇ ਸਰੀਰ ਤੇ ਪਹਿਲਾਂ ਨਿਸ਼ਾਨਦਾਈ ਕਰ ਲਓ ਲਕੀਰ ਦੇ ਨਾਲ, ਕਿਉਂਕਿ 2 ਫਾੜ ਕਰਨਾ ਏ। ਪਹਿਲਾਂ ਮੇਰੇ ਸਰੀਰ ਤੇ ਲਕੀਰ ਮਾਰ ਲਵੋ ਕਿ 2 ਫਾੜ ਕਿੱਥੋਂ ਕੁ ਬਣਦੇ ਨੇ, ਕਿਉਂਕਿ ਕੰਬਣਾ ਤੁਸੀਂ ਹੈ ਕਿ ਕਿਵੇਂ ਇਸ ਆਰੇ ਦੇ ਨਾਲ ਸਰੀਰ ਚਲਾਈ ਜਾਂਦਾ ਏ। ਕਹਿੰਦੇ ਕੰਬਣਾ ਤੁਸੀਂ ਹੈ, ਤੇ ਜੇ ਤੁਸੀਂ ਕੰਬੇ ਤੇ ਆਰਾ ਤੁਹਾਡੇ ਕੋਲ ਹਿੱਲ ਗਿਆ ਤੇ ਸਰੀਰ ਸਹੀ ਤਰੀਕੇ ਨਾਲ ਚੀਰਿਆ ਨਾ ਗਿਆ। ਇਤਿਹਾਸ ਨੇ ਕਹਿਣਾ ਸਿੱਖ ਡੋਲ ਗਿਆ ਸੀ। ਕਹਿੰਦੇ ਪਹਿਲਾਂ ਆਪਣੇ ਨਿਸ਼ਾਨਦਾਈ ਲਕੀਰ ਨਾਲ ਕਰ ਲਓ, ਕਿਉਂਕਿ ਸਿੱਖ ਦਾ ਅੱਜ ਸਿਦਕ ਪਰਖਿਆ ਜਾਣਾ ਏ, ਕਿਤੇ ਆਰਾ ਗਲਤ ਪਾਸੇ ਨਾ ਚਲਾ ਜਾਵੇ। ਇਹਨਾਂ ਨੇ ਆਰਾ ਚਲਾਇਆ। ਪੁੱਛਿਆ ਤੇਰੀ ਆਖਰੀ ਇੱਛਾ, ਤੇ ਆਖਰੀ ਇੱਛਾ ਬਾ ਕਮਾਲ ਹੈ। ਕਹਿੰਦੇ ਜਦੋਂ ਮੇਰੇ ਸਰੀਰ ਤੇ ਆਰਾ ਚੱਲੇ ਨਾ ਤੇ ਮੇਰਾ ਮੁੱਖ ਮੇਰੇ ਗੁਰੂ ਵੱਲ ਹੋਣਾ ਚਾਹੀਦਾ ਹੈ। ਮੇਰੀ ਕਿਤੇ ਪਿੱਠ ਨਾ ਹੋ ਜਾਵੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਵੱਲ, ਮੇਰਾ ਮੁੱਖ ਹੋਣਾ ਚਾਹੀਦਾ ਹੈ ਮੇਰੇ ਪਾਤਸ਼ਾਹ ਵੱਲ। ਕਹਿੰਦੇ ਇਤਿਹਾਸਕਾਰ ਇਹਨਾਂ ਨੇ ਸਰੀਰ ਉੱਤੇ ਆਰਾ ਚਲਾਉਣਾ ਸ਼ੁਰੂ ਕੀਤਾ ਹੈ। ਭਾਈ ਸਾਹਿਬ ਨੇ ਜਪਜੀ ਸਾਹਿਬ ਦੀ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ। ਆਰਾ ਸੀਸ ਤੋਂ ਲੈ ਕੇ ਚਲਾਇਆ ਇਹਨਾਂ ਨੇ। ਸੀਸ ਤੋਂ ਚੱਲਦਾ ਹੋਇਆ ਜਦੋਂ ਚੱਲਿਆ ਲਹੂ ਦੀ ਧਾਰ ਛਿੜ ਪਈ। ਭਾਈ ਮਤੀ ਦਾਸ ਦਾ ਧਰ ਜਿਹੜਾ ਇਹ 2 ਹਿੱਸੇ ਹੋਣ ਲੱਗ ਪਿਆ। ਉੱਧਰ ਬਾਣੀ ਚੱਲਦੀ ਗਈ,
ਇਹ ਜਲਾਦ ਚੀਰੀ ਗਏ ਨੇ ਭਾਈ ਮਤੀ ਦਾਸ ਦਾ ਸਰੀਰ, ਜਲਾਦ ਕੰਬ ਗਏ ਨੇ ਭਾਈ ਮਤੀ ਦਾਸ ਦੀ ਗੱਲ ਸੁਣੋ, ਪਰ ਭਾਈ ਮਤੀ ਦਾਸ ਸਿਦਕ ਦੇ ਵਿੱਚ ਪੱਕੇ ਉੱਥੇ ਅਡੋਲ ਖੜੇ ਨੇ। ਇਤਿਹਾਸਕਾਰ ਕਹਿੰਦੇ ਇਹਨਾਂ ਜਲਾਦਾਂ ਨੇ ਸਰੀਰ ਭਾਈ ਮਤੀ ਦਾਸ ਦਾ ਸਾਰਾ ਚੀਰ ਦਿੱਤਾ। ਮੈਂ ਅੱਗੇ ਵੀ ਬੇਨਤੀ ਕਰਦਾ ਹੁੰਦਾ ਹੈ ਕਿ ਬੋਲ ਦੇਣਾ ਤੇ ਸੁਣ ਲੈਣਾ ਬਹੁਤ ਸੌਖਾ ਹੈ। ਜਿਸ ਦਿਨ ਸਾਡੇ ਹੱਥ ਤੇ ਕੋਈ ਚੀਰਾ ਲੱਗ ਜਾਵੇ ਕਿਵੇਂ ਚੀਕਾਂ ਨਿਕਲਦੀਆਂ ਨੇ। ਇੱਥੇ ਸੀਸ ਤੇ ਆਰਾ ਚਲਾਇਆ ਗਿਆ, ਲੱਕੜਾਂ ਤੇ ਚੱਲਦੇ ਆਰੇ ਤੇ ਦੇਖੇ ਨੇ, ਪਰ ਸਰੀਰ ਤੇ ਚੱਲਦਾ ਪਹਿਲੀ ਵਾਰੀ। ਜਦੋਂ ਸਰੀਰ ਚੀਰਿਆ ਗਿਆ ਤੇ ਭਾਈ ਮਤੀ ਦਾਸ ਦਾ ਸਰੀਰ ਦੋ ਧੜਾਂ ਵਿੱਚ ਹੋ ਗਿਆ। ਅਜੇ ਜਪਜੀ ਸਾਹਿਬ ਦੀ ਸਮਾਪਤੀ ਨਹੀਂ ਸੀ ਹੋਈ। ਕਹਿੰਦੇ ਹੁਣ ਜਪਜੀ ਸਾਹਿਬ ਦੀ ਸਮਾਪਤੀ ਨਹੀਂ ਸੀ, ਸਰੀਰ ਦੋ ਧੜ ਵਿੱਚ ਹੋ ਗਿਆ, ਇੱਕ ਖੱਬੇ ਡਿੱਗ ਗਿਆ, ਇੱਕ ਸੱਜੇ ਡਿੱਗ ਗਿਆ, ਪਰ ਫਿਰ ਵੀ ਆਵਾਜ਼ ਜਪਜੀ ਸਾਹਿਬ ਦੀ ਪਾਵਨ ਸਰੀਰਾਂ ਦੇ ਵਿੱਚੋਂ ਆਉਂਦੀ ਰਹੀ ਹੈ। ਜਿਵੇਂ ਸੰਗਤੀ ਰੂਪ ਵਿੱਚ ਆਪਾਂ ਕੋਈ ਬਾਣੀ ਪੜ੍ਹਦੇ ਹਾਂ ਨਾ ਜਪਜੀ ਸਾਹਿਬ ਦੀ ਜਾਂ ਸੁਖਮਨੀ ਸਾਹਿਬ ਦੀ, ਕਹਿੰਦੇ ਇਸੇ ਤਰ੍ਹਾਂ ਇੱਕ ਧੜ ਵਿੱਚੋਂ ਇੱਕ ਪੰਕਤੀ ਦੀ ਆਵਾਜ਼, ਇੱਕ ਧੜ ਵਿੱਚੋਂ ਇੱਕ ਪੰਕਤੀ ਦੀ ਆਵਾਜ਼। ਕਹਿੰਦੇ ਭਾਈ ਮਤੀ ਦਾਸ ਨੇ ਸਰੀਰ ਤੇ ਭਾਵੇਂ ਦੋ ਧੜ ਕਰਵਾ ਲਏ, ਦੋ ਧੜੇ ਹੋ ਗਏ, ਪਰ ਸਿੱਖੀ ਨੂੰ ਦੁਫਾੜ ਨਾ ਹੋਣ ਦਿੱਤਾ। ਸਰੀਰ ਦੇ ਭਾਵੇਂ ਦੋ ਫਾੜ ਹੋ ਗਏ। ਅੱਜ ਆਪਾਂ ਸਿੱਖੀ ਨੂੰ ਉੱਦਾਂ ਹੀ ਦੁਫਾੜ ਕਰੀ ਬੈਠੇ ਹਾਂ। ਨਿੱਕੀ ਜਿਹੀ ਗੱਲ ਤੋਂ ਇਹਨੇ ਮੈਨੂੰ ਆਹ ਕਹਿ ਦਿੱਤਾ, ਚਲੋ ਜੀ ਵੱਖਰਾ ਗੁਰਦੁਆਰਾ ਬਣਾ ਲਓ। ਇਹਨੇ ਮੈਨੂੰ ਆਹ ਕਹਿ ਦਿੱਤਾ, ਚਲੋ ਜੀ ਹੋਰ ਪਾਸੇ ਚਲੇ ਜਾਓ। ਇੱਥੇ ਨਿੱਕੀ ਜਿਹੀ ਗੱਲ ਤੋਂ ਦੁਫਾੜ ਹੋਈ ਬੈਠੇ ਆ। ਭਾਈ ਮਤੀ ਦਾਸ ਨੇ ਆਰੇ ਦੇ ਨਾਲ ਸਰੀਰ ਤੇ ਦੁਫਾੜ ਕਰਾ ਲਿਆ, ਪਰ ਸਿੱਖੀ ਨੂੰ ਦੁਫਾੜ ਹੋਣ ਤੋਂ ਬਚਾ ਲਿਆ। ਔਰ ਵਿਦਵਾਨਾਂ ਨੇ ਕਿਹਾ ਭਾਈ ਮਤੀ ਦਾਸ ਨੇ ਇਹ ਗੱਲ ਕਹੀ ਸੀ, ਆਰਾ ਪਿਆਰਾ ਲੱਗਦਾ ਏ ਆਰਾ ਕਰੋ ਬਣਾਏ, ਸਿਰ ਜਾਵੇ ਤਾਂ ਜਾਏ ਮੇਰਾ ਸਿੱਖੀ ਸਿੱਧਕ ਨਾ ਜਾਏ। ਉਹ ਧਾਰਨਾ ਦੇ ਰੂਪ ਵਿੱਚ ਪੜ੍ਹੀਏ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ। ਭਾਈ ਮਤੀ ਦਾਸ ਦੀ ਸ਼ਹਾਦਤ ਪਹਿਲੀ ਹੁੰਦੀ ਹੈ। ਉਸ ਤੋਂ ਬਾਅਦ ਭਾਈ ਦਿਆਲਾ ਜੀ ਦੀ ਵਾਰੀ ਆਉਂਦੀ। ਇਹ ਦੋਵੇਂ ਭਰਾ ਸੀ, ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਜੀ। ਉਸ ਤੋਂ ਬਾਅਦ ਭਾਈ ਦਿਆਲਾ ਜੀ ਦੀ ਵਾਰੀ ਆਉਂਦੀ, ਕਿਉਂਕਿ ਇਹ ਤਸੀਹੇ ਤਾਂ ਦਿੱਤੇ ਜਾ ਰਹੇ ਸੀ ਕਿ ਗੁਰੂ ਤੇਗ ਬਹਾਦਰ ਜੀ ਮਹਾਰਾਜ ਡੋਲ ਜਾਣ ਔਰ ਕਹਿਣ ਜੇ ਇਹਨਾਂ ਨੂੰ ਇੱਦਾਂ ਦੇ ਤਸੀਹੇ ਦਿੱਤੇ ਜਾ ਰਹੇ ਨੇ ਤੇ ਮੇਰਾ ਕੀ ਹਾਲ ਕਰਨਗੇ। ਇਹ ਡਰਾਵੇ ਦੇ ਲਈ ਸੀ। ਦੂਸਰੇ ਨੰਬਰ 'ਤੇ ਮੈਂ ਸੰਖੇਪ ਵਿੱਚ ਅਰਜ਼ ਕਰਾਂ, ਸਮਾਂ ਕਾਫੀ ਹੋ ਗਏ, ਸਮਾਪਤੀ ਆਪਾਂ ਕਰੀਏ, ਬਸ ਸੰਖੇਪ ਜੀ ਅਰਜ਼ ਕਰਦੇ ਹਾਂ। ਉਸ ਤੋਂ ਬਾਅਦ ਭਾਈ ਦਿਆਲਾ ਜੀ ਦੀ ਵਾਰੀ ਆਉਂਦੀ ਹੈ। ਭਾਈ ਮਨੀ ਸਿੰਘ ਦੇ ਵੱਡੇ ਭਰਾ ਸੀ ਭਾਈ ਦਿਆਲਾ ਜੀ, ਮਾਈ ਦਾਸ ਦੇ ਵੱਡੇ ਸਪੁੱਤਰ ਸੀ। ਭਾਈ ਮਨੀ ਸਿੰਘ ਦੇ ਵੈਸੇ ਸਾਰੇ ਭਰਾ ਸ਼ਹੀਦ ਹੋਏ ਨੇ, ਇੱਕ ਦੋ ਨੂੰ ਛੱਡ ਕੇ। ਭਾਈ ਦਿਆਲਾ ਜੀ ਦੀ ਵਾਰੀ ਆਈ, ਇਹ ਨਾਲ ਗਏ ਨੇ। ਇਹਨਾਂ ਨੇ ਕਿਹਾ ਤੂੰ ਹੀ ਸਿੱਖੀ ਤਿਆਗ ਦੇ, ਤੇਰਾ ਸਾਥੀ ਵੇਖ ਲੈ ਕਿਵੇਂ ਮਾਰ ਦਿੱਤਾ ਆਰਿਆਂ ਦੇ ਵਿੱਚ ਬੀੜ ਕੇ, ਤੂੰ ਹੀ ਸਿੱਖੀ ਤਿਆਗ ਦੇ। ਤੇ ਭਾਈ ਦਿਆਲਾ ਜੀ ਨੇ ਕਿਹਾ ਜਿਹੜਾ ਸਿੱਖੀ ਦਾ ਰੰਗ ਮੇਰੇ ਤੇ ਚੜ੍ਹਿਆ ਏ ਤੁਸੀਂ ਉਤਾਰ ਨਹੀਂ ਸਕਦੇ। ਜਦੋਂ ਔਰੰਗਜ਼ੇਬ ਦੇ ਕੰਨਾਂ ਵਿੱਚ ਇਹ ਗੱਲ ਪਈ ਕਿ ਇਹ ਕਹਿੰਦਾ ਮੇਰੀ ਸਿੱਖੀ ਦਾ ਰੰਗ ਉਤਾਰਿਆ ਨਹੀਂ ਜਾਣਾ, ਤੇ ਸਿਪਾਹੀ ਤੇ ਔਰੰਗਜ਼ੇਬ ਕਹਿੰਦੇ ਇੱਥੇ ਵੱਡੇ ਵੱਡੇ ਰੰਗ ਉਤਰ ਜਾਂਦੇ ਨੇ, ਸਾਨੂੰ ਰੰਗ ਤਾਰਨ ਦੀ ਜਾਂਚ ਹੈ, ਕਿਵੇਂ ਤਾਰੀਦਾ। ਭਾਈ ਦਿਆਲਾ ਜੀ ਨੇ ਕਿਹਾ ਮੇਰੇ ਤੇ ਜਿਹੜਾ ਸਿੱਖੀ ਦਾ ਰੰਗ ਚੜ੍ਹਿਆ ਇਹ ਨਹੀਂ ਉਤਾਰਿਆ ਜਾਣਾ ਤੁਹਾਡੇ। ਕਹਿੰਦੇ ਸਾਨੂੰ ਜਾਂਚ ਹੈ ਕਿ ਰੰਗ ਕਿਵੇਂ ਉਤਾਰੀਦੇ ਨੇ। ਕਹਿੰਦੇ ਜੇ ਜਾਂਚ ਹੈ ਤਾਂ ਫਿਰ ਉਤਾਰ ਕੇ ਵੇਖ ਲਓ, ਸਿੱਖੀ ਦਾ ਰੰਗ ਨਹੀਂ ਉਤਰਨਾ। ਕਹਿੰਦੇ ਸਾਨੂੰ ਜਾਂਚ ਹੈ। ਹੁਣ ਧਿਆਨ ਦੇਣਾ, ਗਰਮ ਪਾਣੀ ਦੇ ਵਿੱਚ ਕੋਈ ਕੱਪੜਾ ਪਾਇਆ ਜਾਵੇ ਨਾ ਜਿਹਨੂੰ ਰੰਗ ਲੱਗਾ ਹੋਵੇ ਤੇ ਵੱਡੇ ਵੱਡੇ ਰੰਗ ਲੱਥ ਜਾਂਦੇ ਨੇ। ਗਰਮ ਪਾਣੀ ਦੇ ਵਿੱਚ ਰੰਗ ਕੱਢ ਪਾ ਦਿੱਤਾ ਜਾਵੇ ਗਰਮ ਪਾਣੀ ਦੇ। ਕਹਿੰਦੇ ਭਾਈ ਦਿਆਲੇ ਨੂੰ ਤੇਰੀ ਆਪਾਂ ਸਿੱਖੀ ਦਾ ਰੰਗ ਲਾਉਣਾ ਜਾਣਦੇ ਆ। ਕਹਿੰਦੇ ਇਹਨਾਂ ਨੇ ਗਾਗਰ ਜਿਹੜੀ ਹੈ ਇਹ ਗਰਮ ਕੀਤੀ, ਦੇਗ ਜਿਸ ਵਿੱਚ ਪਾਣੀ ਉਬਾਲਿਆ ਗਿਆ, ਔਰ ਉਸ ਦੇਗ ਵਰੇ ਦੇ ਵਿੱਚ ਕਿਹਾ ਹੁਣ ਸਿੱਖ ਨੂੰ ਕਿ ਤੂੰ ਬੈਠ ਵੇਖੀ ਤੇਰਾ ਸਿੱਖੀ ਵਾਲਾ ਰੰਗ ਕਿਵੇਂ ਲੱਥਦਾ ਹੈ। ਜਦੋਂ ਗਰਮ ਪਾਣੀ ਦੇ ਨਾਲ ਸੜਿਆ ਤੇਰਾ ਚੰਮ, ਆਪਣੇ ਆਪ ਤੋਂ ਕਹੇਂਗਾ ਸਿੱਖੀ ਕੀ ਮੈਂ ਸਾਰਾ ਕੁਝ ਹੀ ਤਿਆਗ ਦਿਆਂਗਾ। ਭਾਈ ਦਿਆਲਾ ਜੀ ਨੇ ਕਿਹਾ ਠੀਕ ਹੈ ਫਿਰ ਤੁਸੀਂ ਰੰਗ ਲਾ ਕੇ ਦੇਖ ਲਓ। ਇਤਿਹਾਸਕਾਰ ਕਹਿੰਦੇ ਨੇ ਇਹਨਾਂ ਨੇ ਉਬਲਦੀ ਹੋਈ ਦੇਗ ਵਿੱਚ ਜਿਹੜਾ ਪਾਣੀ ਉਬਾਲਿਆ ਹੋਇਆ ਸੀ, ਕਹਿੰਦੇ ਬੈਠ ਭਾਈ ਦਿਆਲੇ ਨੂੰ ਇਹਦੇ ਵਿੱਚ। ਇੱਥੇ ਭਾਈ ਦਿਆਲਾ ਜੀ ਨੇ ਦੇਗ ਵਿੱਚ ਬੈਠਣ ਤੋਂ ਪਹਿਲਾਂ ਇੱਕ ਅਰਦਾਸ ਕੀਤੀ ਹੈ। ਅਰਦਾਸ ਕੀ ਕੀਤੀ ਹੈ? ਐ ਗੁਰੂ ਅਰਜਨ ਦੇਵ ਮਹਾਰਾਜ, ਲਾਹੌਰ ਦੀ ਧਰਤੀ ਦੇ ਵਿੱਚ ਇੱਕ ਸਮੇਂ ਤੁਹਾਨੂੰ ਦੇਗ ਵਿੱਚ ਉਬਾਲਿਆ ਗਿਆ ਸੀ।
ਤੇ ਪਾਤਸ਼ਾਹ ਜੀਓ ਜਿਵੇਂ ਉਸ ਸਮੇਂ ਦੇਗ ਵਿੱਚ ਉਬਾਲੇ ਸਹਿ ਗਏ ਸੀ ਨਾ ਤੁਸੀਂ, ਅੱਜ ਸਿੱਖ ਦੇ ਵਿੱਚ ਵਸ ਕੇ ਅੱਜ ਵੀ ਉਸੇ ਤਰ੍ਹਾਂ ਅੱਜ ਉਬਾਲਿਆਂ ਨੂੰ ਸਹਾਰ ਜਾਇਓ। ਵੇਖਿਓ ਕਿਤੇ ਸਿੱਖ ਦੀ ਸਿੱਖੀ ਨਾ ਡੋਲ ਜਾਵੇ। ਰਹਿਮਤ ਕਰਿਓ ਜਿਵੇਂ ਉਦੋਂ ਇਹ ਉਬਲਦੇ ਹੋਏ ਉਬਾਲਿਆਂ ਨੂੰ ਸਹਾਰਿਆ ਸੀ, ਅੱਜ ਵੀ ਸਿੱਖ ਦੀ ਲੱਜਿਆ ਰੱਖ ਕੇ ਉਸੇ ਤਰ੍ਹਾਂ ਸਹਾਰ ਜਾਏ। ਅੱਜ ਇਤਨਾ ਬਚਨ ਕਹਿ ਕੇ ਭਾਈ ਦਿਆਲਾ ਜੀ ਦੇਗ ਵਿੱਚ ਬੈਠ ਗਏ। ਜਿਸ ਵੇਲੇ ਬੈਠੇ, ਚਲੋ ਆਪਾਂ ਜਿਹੜੀਆਂ ਫੋਟੋਆਂ ਦੇਖਦੇ ਹਾਂ ਇਹਦੇ ਵਿੱਚ ਸਿਰ ਜਿਹੜਾ ਬਾਹਰ ਹੀ ਹੈ, ਪਰ ਇਤਿਹਾਸਕਾਰ ਕਹਿੰਦੇ ਨੇ ਜਦੋਂ ਇਹਨਾਂ ਨੇ ਦੇਗ ਵਿੱਚ ਉਬਾਲਿਆ ਤੋਂ ਢੱਕਣ ਦੇ ਦਿੱਤਾ ਸੀ, ਢੱਕਣ ਦੇ ਦਿੱਤਾ ਤੇ ਥੱਲੋਂ ਅੱਗ ਮਚਾ ਦਿੱਤੀ। ਇਹ ਗਰਮ ਉਬਲਦਾ ਹੋਇਆ ਪਾਣੀ ਜਿਸ ਵਿੱਚ ਭਾਈ ਦਿਆਲੇ ਨੂੰ ਉਬਾਲਿਆ ਗਿਆ ਇਤਿਹਾਸਕਾਰ ਕਹਿੰਦੇ ਨੇ ਭਾਈ ਦਿਆਲੇ ਦਾ ਗਰਮ ਪਾਣੀ ਦੇ ਨਾਲ ਚੰਮ ਵੱਖ ਹੋ ਗਿਆ ਤੇ ਹੱਡੀਆਂ ਵੱਖ ਹੋ ਗਈਆਂ। ਗਰਮ ਪਾਣੀ ਨੇ ਕੀ ਸਰੀਰ ਦਾ ਹਾਲ ਬਣਾ ਦਿੱਤਾ ਹੋਵੇਗਾ ਆਪਾਂ ਸਾਰੇ ਜਾਣੋ। ਇਸ ਤਰੀਕੇ ਨਾਲ ਇਹਨਾਂ ਨੇ ਦੂਸਰੀ ਭਾਈ ਦਿਆਲੇ ਦੀ ਉਬਾਲ ਕੇ ਜਿਹੜੀ ਹੈ ਦੇਗ ਦੇ ਵਿੱਚ ਪਾਣੀ ਦੇ ਵਿੱਚ ਸ਼ਹਾਦਤ ਕੀਤੀ ਹੈ। ਇਹ ਵੀ ਸਿੱਖ ਨੇ ਸਿੱਖੀ ਨਹੀਂ ਤਿਆਗੀ। ਸਰੀਰ ਭਾਵੇਂ ਨੇ ਉਬਾਲ ਲਿਆ, ਚੰਮ ਵੱਖ ਹੋ ਗਿਆ, ਹੱਡੀਆਂ ਵੱਖ ਹੋ ਗਈਆਂ, ਸ਼ਹਾਦਤ ਦਾ ਜਾਮ ਪੀ ਲਿਆ, ਪਰ ਫਿਰ ਵੀ ਇਹ ਸਿੱਖ ਨੇ ਸਿੱਖੀ ਨਹੀਂ ਤਿਆਗੀ। ਤੀਸਰੇ ਨੰਬਰ ਤੇ ਭਾਈ ਸਤੀ ਦਾਸ ਜੀ ਦਾ ਜ਼ਿਕਰ ਆਉਂਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਹਮਣੇ ਪਿੰਜਰੇ ਦੇ ਵਿੱਚ ਕੈਦ ਨੇ। ਕਹਿੰਦੇ ਨੇ ਦੇਖ ਲਓ ਤੀਜਾ ਸਾਥੀ ਰਹਿ ਗਿਆ, ਤੁਹਾਡਾ ਕੀ ਹਾਲ ਹੋਵੇਗਾ? ਅਜੇ ਵੀ ਧਰਮ ਕਬੂਲ ਲਵੋ। ਪਾਤਸ਼ਾਹ ਨੇ ਕਿਹਾ ਨਹੀਂ ਕਬੂਲ ਅਜੇ ਵੀ ਤੇਰਾ ਧਰਮ। ਭਾਈ ਸਤੀ ਦਾਸ ਨੂੰ ਕਹਿੰਦੇ ਤੂੰ ਹੀ ਅਜੇ ਕਬੂਲਾ, ਤੇਰੇ ਦੋ ਸਾਥੀਆਂ ਦਾ ਹਾਲ ਵੇਖ ਕੀ ਕਰ ਲੈ, ਤੇਰੇ ਭਰਾ ਦੀ ਵੇਖ ਕਿਵੇਂ ਮੌਤ ਹੋਈ ਹੈ, ਤੂੰ ਆਪਣੇ ਆਪ ਨੂੰ ਮਹਿਫੂਜ਼ ਰੱਖ ਸਕਦਾ ਹੈ, ਧਰਮ ਪਰਿਵਰਤਨ ਕਰ ਲੈ। ਭਾਈ ਸਤੀ ਦਾਸ ਨੇ ਕਿਹਾ ਨਹੀਂ, ਸਾਨੂੰ ਤੇਰਾ ਧਰਮ ਪਰਵਾਹ ਨਹੀਂ ਹੈ। ਮੌਤ ਇੱਕ ਨਾ ਇੱਕ ਦਿਨ ਜ਼ਰੂਰ ਆਉਣੀ ਹੈ, ਪਰ ਆਪਣੀ ਅਣਖ ਨੂੰ ਗੈਰਤ ਨੂੰ ਛੱਡ ਕੇ ਆਪਾਂ ਤੇਰਾ ਧਰਮ ਕਬੂਲੀ ਤਾਂ ਕਿਹੜੀ ਮੌਤ ਨਹੀਂ ਆਉਣੀ। ਸਾਨੂੰ ਇਹੀ ਧਰਮ ਪ੍ਰਵਾਨ ਹੈ, ਧੱਕੇ ਦੇ ਨਾਲ ਤੇਰਾ ਧਰਮ ਕਬੂਲ ਨਹੀਂ ਹੈ। ਇਹਨਾਂ ਹੁਕਮ ਦਿੱਤਾ ਫਤਵਾ ਜਾਰੀ ਕਰੋ। ਫਤਵਾ ਜਾਰੀ ਕਰ ਦਿੱਤਾ। ਇਹਨੂੰ ਜਿਉਂਦੇ ਨੂੰ ਜਿਹੜਾ ਰੂਹ ਦੇ ਵਿੱਚ ਲਪੇਟ ਕੇ ਅਗਨ ਲਾ ਦਿੱਤੀ ਜਾਵੇ, ਇਹਨੂੰ ਜਿਉਂਦੇ ਨੂੰ ਸਾੜ ਦਿੱਤਾ ਜਾਵੇ, ਪਤਾ ਲੱਗ ਜਾਵੇ ਸਿੱਖੀ ਕੀ ਹੁੰਦੀ ਹੈ। ਕਹਿੰਦੇ ਇਹਨੂੰ ਸਾਰੇ ਨੂੰ ਰੂਹ ਲਪੇਟਿਆ ਗਿਆ। ਭਾਈ ਸਤੀ ਦਾਸ ਨੂੰ ਸਾਰੇ ਸਰੀਰ ਨੂੰ ਰੂਹ ਲਪੇਟ ਕੇ ਉਹ ਰੱਸੀਆਂ ਦੇ ਨਾਲ ਬੰਨ੍ਹ ਦਿੱਤਾ, ਔਰ ਪੈਰਾਂ ਵਾਲੇ ਪਾਸਿਓਂ ਹੇਠਾਂ ਵਾਲੇ ਪਾਸਿਓਂ ਜਿਹੜੀ ਇਹਨਾਂ ਨੇ ਅੱਗ ਲਾ ਦਿੱਤੀ ਹੈ, ਔਰ ਜਿਉਂਦੇ ਨੂੰ ਭਾਈ ਸਤੀ ਦਾਸ ਨੂੰ ਸਾੜਿਆ ਗਿਆ ਹੈ। ਸਰੀਰ ਭਾਵੇਂ ਭਾਈ ਮਤੀ ਦਾਸ ਦਾ, ਸਤੀ ਦਾਸ ਦਾ, ਦਿਆਲਾ ਜੀ ਦਾ ਸੜ ਗਿਆ, ਖਤਮ ਹੋ ਗਿਆ, ਨਾਸ਼ ਹੋ ਗਿਆ, ਪਰ ਸਿੱਖੀ ਦਾ ਤਿਆਗ ਨਹੀਂ ਕੀਤਾ। ਇੱਥੇ ਭਗਤ ਕਬੀਰ ਸਾਹਿਬ ਜੀ ਦਾ ਬਚਨ ਆਪਾਂ ਪੜ੍ਹਦੇ ਹਾਂ, ਕਰਵਤ ਭਲਾ ਨ ਕਰਵਟ ਤੇਰੀ, ਲਾ ਗਲੇ ਸੁਨ ਬਿਨਤੀ ਮੇਰੀ, ਹਉ ਵਾਰੀ ਮੁਖ ਫੇਰ ਪਿਹਾਰੇ, ਕਰਵਟ ਦੇ ਮੋਕੋ ਕਾਹੇ ਕੋ ਮਾਰੇ। ਸ਼ਹਾਦਤ ਦਾ ਜਾਮ ਪੀ ਲਿਆ, ਪਰ ਗੁਰੂ ਨੂੰ ਸਿੱਖੀ ਨੂੰ ਪਿੱਠ ਨਹੀਂ ਦਿੱਤੀ। ਚੌਥੇ ਨੰਬਰ ਤੇ ਵਾਰੀ ਆ ਜਾਂਦੀ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ। ਇਹਨਾਂ ਦੇ ਸਾਹਮਣੇ ਤਿੰਨ ਸ਼ਰਤਾਂ ਰੱਖੀਆਂ ਗਈਆਂ ਨੇ। ਪਹਿਲੀ ਸ਼ਰਤ ਇਹ ਰੱਖੀ ਗਈ ਹੈ ਕਿ ਦੀਨੇ ਕਬੂਲ ਕੀਤਾ ਜਾਵੇ, ਮੁਸਲਮਾਨ ਧਰਮ ਪ੍ਰਵਾਨ ਕਰ ਲਿਓ। ਦੂਸਰੀ ਰੱਖੀ ਗਈ ਹੈ ਜੇ ਨਹੀਂ ਪ੍ਰਵਾਨ ਕਰਨਾ ਤੇ ਕੋਈ ਕਰਾਮਾਤ ਦਿਖਾਓ। ਔਰੰਗਜ਼ੇਬ ਨੇ ਕਿਹਾ ਸੀ ਗੁਰੂ ਤੇਗ ਬਹਾਦਰ ਮਹਾਰਾਜ, ਮੈਨੂੰ ਇਹ ਲੱਗਦਾ ਹੈ ਤੁਹਾਨੂੰ ਕੋਈ ਕਰਾਮਾਤ ਵਿਖਾਉਣ ਵਿੱਚ ਵੀ ਕੋਈ ਤੰਗੀ ਨਹੀਂ ਹੋਵੇਗੀ। ਕਿਉਂ? ਕਹਿੰਦੇ ਤੁਹਾਡੇ ਹੀ ਪੋਤਰੇ ਨੇ ਰਾਮ ਰਾਏ ਨੇ ਬਹੁਤ ਕਰਾਮਾਤ ਦਿਖਾਈਆਂ ਨੇ। 12 ਪਿੰਡ ਦਿੱਤੇ ਨੇ ਜਗੀਰ ਦੇ ਵਿੱਚ ਉਹਨੂੰ, ਦੇਹਰਾਦੂਨ ਦੇ ਵਿੱਚ। ਦੇਖ ਲਓ ਕਿਵੇਂ ਆਨੰਦ ਦੀ ਜੀਵਨ ਜ਼ਿੰਦਗੀ ਜਿਉ ਰਿਹਾ ਏ। ਕਰਾਮਾਤ ਦਿਖਾ ਦਿਓ, ਮੂੰਹ ਮੰਗੀ ਰਕਮ, ਪੈਸਾ, ਜ਼ਮੀਨ, ਜਾਇਦਾਦ ਦਿੱਤੀ ਜਾਵੇਗੀ। ਕਰਾਮਾਤ ਦਿਖਾਓ। ਮੈਨੂੰ ਲੱਗਦਾ ਹੈ ਕਰਾਮਾਤ ਦਿਖਾਉਣ ਵਿੱਚ ਕੋਈ ਫਿਕਰ ਨਹੀਂ ਹੋਵੇਗਾ। ਜੇ ਨਹੀਂ ਕਰਾਮਾਤ ਦਿਖਾਉਣੀ ਤੇ ਕਾਜ਼ੀਆਂ ਨੇ ਕਹਿ ਦਿੱਤਾ ਫਿਰ ਤੀਜੇ ਨੰਬਰ ਤੇ ਜੋ ਤੁਹਾਡੇ ਸਾਥੀਆਂ ਦਾ ਹਾਲ ਕੀਤਾ ਗਿਆ ਏ ਉਹਦੇ ਤੋਂ ਵੱਧ ਤਸੀਹੇ ਦੇ ਕੇ ਤੁਹਾਨੂੰ ਸ਼ਹੀਦ ਕੀਤਾ ਜਾਵੇਗਾ। ਫੈਸਲਾ ਤੁਸੀਂ ਕਰਨਾ ਹੈ, ਦੀਨੇ ਕਬੂਲ ਕਰਨਾ ਹੈ, ਕਰਾਮਾਤ ਦਿਖਾਉਣੀ ਜਾਂ ਫਿਰ ਸ਼ਹਾਦਤ ਦਾ ਜਾਮ ਪੀਣਾ ਹੈ। ਪਾਤਸ਼ਾਹ ਨੇ ਕਿਹਾ ਹੈ ਸਿਪਾਹੀਓ, ਨਾ ਤੇ ਸਾਨੂੰ ਤੁਹਾਡਾ ਦੀਨੇ ਕਬੂਲ ਹੈ, ਮੁਸਲਮਾਨ ਧਰਮ ਨਹੀਂ ਗ੍ਰਹਿਣ ਕਰਨਾ। ਜੇ ਕਰਨਾ ਹੁੰਦਾ ਤੇ ਅਕਾਲ ਪੁਰਖ ਨੇ ਭੇਜਣਾ ਹੀ ਹਿੱਸੇ ਵਿੱਚ ਸੀ। ਧਰਮ ਨਹੀਂ ਕਬੂਲ ਕਰਨਾ। ਤੁਸੀਂ ਗੁਰੂ ਕੇ ਸਿੱਖਾਂ ਤੋਂ ਆਸ ਲਾਈ ਸੀ ਤੇ ਦੇਖ ਲਓ ਸਰੀਰ ਭਾਵੇਂ ਖਤਮ ਹੋ ਗਏ ਨੇ ਪਰ ਸਿੱਖੀ ਨਹੀਂ ਤਿਆਗੀ। ਤੇ ਉਹਨਾਂ ਦਾ ਗੁਰੂ ਹੈ ਜਿਹਨੂੰ ਤੁਸੀਂ ਸਿੱਖੀ ਤਿਆਗਣ ਲਈ ਕਹਿ ਰਹੇ ਹੋ, ਤੁਹਾਡਾ ਇਹ ਹੁਕਮ ਬਿਲਕੁਲ ਪ੍ਰਵਾਨ ਨਹੀਂ ਹੈ। ਔਰੰਗਜ਼ੇਬ ਨੇ ਕਿਹਾ ਸੀ ਪਾਤਸ਼ਾਹ ਜੀ ਤੁਸੀਂ ਧਰਮ ਪਰਿਵਰਤਨ ਕਰ ਲਵੋ, ਤੁਹਾਡਾ ਫਾਇਦਾ ਹੈ।
तो गुरु तेग बहादुर साहब महाराज जी ने कहा तू अपनियां शर्तां रखदा, साडी भी एक शर्त है। की शर्त है महाराज? तुहाडी ते हर एक शर्त प्रवान है। महाराज ने कहा तू जो तसीहे देने ने दे लै, मैं मुसलमान नहीं बनना, पर शर्त मेरी ये है कि जे तू मैनू तसीहे दे के भी मुसलमान ना बना सकिया, आ जिहड़े हिंदुआं ते कहर कर रहे हैं ये कहर करने बंद कर दे। जे तू मैनू मना लवें तो सारे मुसलमान बन जाने, जे ना मन्निया मैं शहीद हो गया, कहते फिर आ तशद्दद ढाउणा बंद कर दई, उन्होंने विचारियां नू जिंदगी चैन दे नाल जिउण दई। औरंगजेब ने कहा इन्हों शहीद किया जाए, ना ये करामात दिखाते ने, ना दीने कबूल करते हैं। पातशाह ने कहा तीसरी शर्त तुहाडी प्रवान है, आपां सीस देण नूं तैयार आ। इतिहासकार कहते हैं पिंजरे दे विचों बाहर कढ़िया गया, कई दिनों के पातशाह नूं इहदे विच कैद कीता सी। चांदनी चौक दे विच गुरु तेग बहादुर साहब महाराज जी नूं लिजाया गया। दुनिया की भीड़ लग गई, इत्थे वेखण वालियां दी, तमाशबीनां दी, कुछ क जिहड़े पातशाह दे मनण वाले सी, श्रद्धालु सी, उन्हां दी भीड़ लग गई, जिन्हां ने कहा सी पातशाह नूं शहीद कर लगे ने। कई संगतां ने विरलाप भी किया, पर उच्ची हौका नहीं भर सके औरंगजेब के डर तो। काफ़ी ज़्यादा भीड़ इत्थे गुरु तेग बहादुर साहब महाराज जी नूं शहीद करन दे लई जिहड़ी जदों होण लगे, चांदनी चौक विच भीड़ लग गई। अखीर समाने दा जलालुद्दीन जिहड़ा सी जलाद, इन्हें अपनी तलवार तिखी कर ली, कहा कि मैं पातशाह का सीस कलम करांगा, क्यों नहीं धर्म परिवर्तन करते। इत्थे चांदनी चौक के विचकार गुरु तेग बहादुर साहब महाराज जी का दुनिया के सामने धड़ दे नालों सीस कलम किया जाता है, और गुरु तेग बहादुर साहब महाराज इन्हां दे विचों पंज भौतिक शरीर जिहड़ा सी नाश हो जाता है। अज दे दिन पातशाह जी 1675 लगभग 11 नवंबर नूं शहादत का जाम पींदे ने। अज वैसे शायद 8 तरीक है, पर 11 नवंबर का जिक्र प्रिंसीपल सतबीर सिंह ने किया है। 11 नवंबर नूं 1675 नूं गुरु तेग बहादुर साहब महाराज जी की चांदनी चौक में शहादत होंदी है, और शरीर पातशाह जी दे देंदे ने, पर धर्म नहीं त्यागते। और मैं अगे भी अर्ज की सी, गुरु तेग बहादुर साहब महाराज जी पहले गुरु ने लाला दौलत राय ने लिखे है, जे आज तक नहीं हुआ, कहते ये तो मैं अज तक नहीं देखिया कि कातल जिहड़ा सी मकतूल दे पास जांदा सी, पर मकतूल कातल दे पास आवे, ये पहली बारी देखे है। लाला दौलत राय ने कहा सी कातल हमेशा कतल होने वाले दे कोल जांदा है, पर यह गुरु तेग बहादुर साहब महाराज आप बचन पढ़ते हैं उल्टी गंग वहाए। गुरु नानक देव महाराज ने उल्टी गंगा वहा दी। मतलब ये कि पहला शहीद किया जाता से किसी ने उत्थे थां जाके, पर गुरु तेग बहादुर महाराज आनंदपुर साहिब तो दिल्ली वाल खुद रवाना होए ने शहीद होने के लिए। ये भी एक साडे इतिहास विच मिसाल है। गुरु तेग बहादुर साहब महाराज जी ने इत्थे शहीद किया जाते, बाद विच जदों इतिहासकार कहते शहीद हो गए, एकदम सन्नाटा छा गया, हनेरी बहुत आई है। भाई जैता जी ने और भाई उदय जी ने बड़ी चलाकी दे नाल इन्हां ने जिहड़ा सीस चुकिया, और भाई जैता जी इत्थों रवाना होए ने आनंदपुर साहिब नूं, कीरतपुर साहिब पे जाके पातशाह नूं सीस भेटा किया है। पातशाह ने उत्थों जाके जिहड़ा है आनंदपुर साहिब के स्थान पर सीस का चंदन की चिखा चिन के सीस का संस्कार किया। इतिहासकारां ने इत्थे एक बड़ा सोहना बाकमाल वचन किया है, कहते जिंदगी दे विच संस्कार हुंदे बड़े देखे ने। आपां भी सारे गृहस्थी जीवन संसार विच रहण वाले हैं, पर इक्को बंदे दे दो संस्कार नहीं कदी देखे। कहते जिंदगी का जां दुनिया का इहो जिहा एक संस्कार होया है जिहदे इक्को शरीर के दो संस्कार होए ने। एक आनंदपुर साहिब की धरती ते सीस का संस्कार होया है, ते दिल्ली की धरती ते धड़ का संस्कार होया है। कहते इक्को धड़ के दो संस्कार, ये भी एक मिसाल है। और वह भी दूसरे धर्म नूं बचाउण दे लई बांह जिन्हां दी फड़ी सी उन्हां दी बांह छड्डी नहीं पातशाह ने। ते गुरु गोबिंद सिंह महाराज जी ने अपने पिता लई जिहड़े शब्द वरते ने, कहते तिलक जंजू राखा प्रभ तां का उन्हां दा साडा नहीं है, पर फिर भी रखिया की। नहीं कहा पातशाह ने आपां किहड़ा तिलक पैंदे आपां नहीं राखी करनी। पातशाह ने कहा जुल्म हो रहा, धक्का हो रहा, जरूर तुहाडे नाल तुरांगे। तिलक जंजू राखा प्रभ तां का, उन्हां दा सी राखा गुरु तेग बहादुर साहब महाराज। किन्नो बड़ो कलू मैं साका, कलयुग दे विच एक वड्डा साका पातशाह ने कर दिता।
साधन हेत इति जिन करी शीस दिया पर सी ना उचरी शीस ते दे दिता मुखों सी तक न कीता। धर्म हेत साका जिन किया शीस दिया पर सिरड़ न दिया शीस ते भावें दे दिता सिरड़ सिद्ध भरोसा नहीं त्याग्या। गुरु तेग बहादुर साहब महाराज जी ने गुरु तेग बहादुर साहब महाराज लिए शब्द वरते गुरु गोबिंद सिंह महाराज जी ने औरंगजेब के सिर ते गुरु तेग बहादुर साहब महाराज जी ने अपना ठीकरा जिहड़ा है वह फोर दिता। ठीकर फोर दे लीस सिर प्रभपुर किया प्यान तेग बहादुर सी क्रिया करी न किन्हू आन। तेग बहादुर के चलत भयो जगत को शोक है सब जग पयो जय 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 सुर लोक। इत्थे है शब्द वरत्या ना कि हाय हाय ओए ओए, ये शब्द नहीं वरते। इत्थे है दा अर्थ है कि सारी दुनिया ये गल कह रही है गुरु तेग बहादुर साहब महाराज कहते से दुनिया ते किसी का कोई हम ही नहीं भरदा कोई वाह नहीं फड़दा। है सब जग पयो है गुरु तेग बहादुर साहब महाराज जेड़े गरीबां दी मजलूमां दी मदद करन वाले ने। है सब जग पयो जय 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 सुर लोक। गुरु तेग बहादुर साहब महाराज जी ने रखिया कीती है। और इतिहासकार कहते शहीद होने तो पहला गुरु तेग बहादुर साहब महाराज जी ने कहा सी ऐ औरंगजेब तू अपनी तेग जिन्नी मर्जी तिखी करा लै जलालदीन नूं कह के तलवार जितनी मर्जी तिखी करा लै पर सानू सिखी तो डुला नहीं सकते। किसी अदीब ने बड़ा सोहना शायर लिखी है। उन्हें कहा गुरु तेग बहादुर साहब महाराज जी ने कहा सी मैं भी तेग ते कढ़ लै तेग तू भी एक दो नहीं परख लै 100 तेगा। गुरु तेग बहादुर साहब महाराज जी के मुख तो ये बचन किसी कवि ने कहलाए ने। कहते मैं भी तेग ते कढ़ लै तेग तू भी एक दो नहीं परख लै 100 तेगा। मैनू लकब है तेग बहादरी दा मेरे सामने नहीं सकदियां हो तेगा। मैं ते जमदियां तेगां दी शाम आनी मेरे पिता ने पहनियां 2 तेगा। मेरा पिता दी अणख बहादरी ते रहा परखदा तेरा प्यो तेगा। मेरे पिता गुरु हरगोबिंद साहब महाराज जी दे नाल भी तेरे पिता ने जंग की सी परखियां सी ने मेरे पिता दी बहादरी ते अणख नूं। मैं ते जमदियां तेगां दी शाम आनी मेरे पिता ने पैनियां 2 तेगां मेरी ते पीरी दी। मेरे पिता दी अणख बहादरी ते रहा परखदा तेरा प्यो तेगा। वेखी आउण वाले भविख अंदर मेरे पुत्र ने वाहुणियां ओ तेगा। ओदी तेग चों जेड़ी तेग निकलू लखा लहूगी तेरियां खो तेगा। कहंदे ओदी मेरे पुत्र ने जेड़ी आउण वाले समय विच तेग वाहुणी है ना ओदी तेग विचों जेड़ी तेग निकलनी है वो तेग दे सामने तेरी तेग नहीं खड़नी उत्थे नाश हो जाने। कहंदे कि कदी छुरी दी धार दे नाल रोशनी नहीं कट्टी जाती उस तरीके दे नाल आ तलवार दी धार दे नाल गुरु तेग बहादुर साहब महाराज जी दे किरदार नूं किते खत्म नहीं कर दिता सिद्धांतां नूं खत्म नहीं कर दिता सगों जिहड़ी नवीं रूह गुरु तेग बहादुर साहब महाराज जी दी रूह ने फूकी है शहादत ने वो सिखां दे विच अज देखण नूं मिलदी है। क्योंकि शहीद की जो मौत है मौत तो हयात है हयात तो हयात है मौत भी हयात है। शहीद की मौत मौत नहीं है वो मौत भी एक जीवन है जिहड़ा गुरु तेग बहादुर साहब महाराज जी की शहादत ने दिता है। उस समय इतिहासकार कहते बाद विच औरंगजेब जदों मसीत विच गया इस एक सिख ने 2 इट्टां चुकियां सी और औरंगजेब दे मारियां सी 2 इट्टां। ये एक नवीं रूह गुरु तेग बहादुर साहब महाराज जी की शहादत ने फूकी उहदे अंदर। उन्हें कह दिता तुस इतना कह के पातशाह नूं शहीद किया सिखां नूं शहीद किया है औरंगजेब। बेशक उस सिख नूं कतल कर दिता गया शहीद कर दिता गया पर उस तो बाद औरंगजेब की नींद भी हराम हो गई कदी चैन दे नाल सुता नहीं। प्रिंसीपल सतबीर सिंह ने लिखिया है कहते बड़ा के रात उठदा सी जदों इन्हें शहीद कर दिता सी पातशाह नूं। रहो विचार अज दे दिन गुरु तेग बहादुर साहब महाराज जी की शहादत हुई है। पातशाह जी रहमत करन उन्हां दे जीवन विचों कोई एक अद्धा रत्ती मात्र इतिहासक अंश साडे हिरदियां विच वस जावे तां जो साडा ये पावन दिन विच इतिहास वाचिया सफल हो जावे साडा शहीदी दिहाड़ा मनाया सफल हो जावे सानू अपने धर्म विच पक्या रहण दी जाच आ जावे। अमृत वेला सतगुरु जी बख्शिश करन संगत बख्शिश करन
ਹੋਈਆਂ ਬੇਅੰਤ ਭੁੱਲਾਂ ਦੀ ਖਿਮਾ, ਬੋਲਦਿਆਂ ਕੁਝ ਵੱਧ ਘੱਟ ਸ਼ਬਦ ਮੁੱਖ ਵਿੱਚੋਂ ਨਿਕਲ ਗਿਆ ਹੋਵੇ। ਆਪ ਸਤ ਸੰਗਤ ਗੁਰੂ ਸਾਹਿਬ ਜੀ ਬਖਸ਼ਣ ਜੋਗ ਨੇ ਬਖਸ਼ ਦੇਣੀਆਂ, ਜੇ ਵਧੀਕ ਸਮੇਂ ਲੱਗਣ ਕਾਰਨ ਖਿਮਾ ਤਾਂ ਜਾਚਕਾਂ, ਆਪ ਸੰਗਤ ਬਖਸ਼ਣ ਹਾਰ ਹੋ ਬਖਸ਼ ਦੇਣੀਆਂ ਜੀ। ਆਓ ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆ, ਸ਼ਬਦੋ ਤਾਂ ਗਾਓ ਹਰੀ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਮਨ ਮੇਰਿਆ ਤੂੰ ਸਦਾ ਰੋ ਹਰ ਨਾਲੇ। ਹਰ ਨਾਲ ਰਹੋ ਤੋ ਮਨ ਮੇਰੇ ਦੁਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ। ਸਾਚੇ ਸਾਹਿਬ ਦਾ ਕਿਆ ਨਹੀਂ ਕਰਤੇ ਰਹਿ, ਘਰ ਕਰਤੇ ਰਹਿ ਸਭ ਕੁਛ ਹੈ ਤੇਰੇ ਸੁਭਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਸਾਰੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਦਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨ ਹੈ ਵਸਿਆ। ਦਿਨੇਸ਼ਾਂ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬਿਟ ਹੋ ਜਿਸ ਦੀ। ਸੁਣੋ ਸੰਤੋਖ ਸ਼ਬਦ ਯਾਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਜਿਤ ਘਰ ਸੁਭਾਗਿਆ, ਕਰ ਸੁਭਾਗਿਆ ਸ਼ਬਦ ਵਾਜੇ ਕਲਾ ਜਿਤ ਕਰ ਧਾਰੀ।